मैं तो अज दे दिन यही कहूँगा जी, मैं बड़ा गरीब निमाणा जिहा इत्थों खड़ा हाँ। लड़ना मेरे खून च है, लड़ना मेरा शौक है, जितना मेरा पैशन है। बसपा ਵੱਲੋਂ ਗੱਲ ਕੀਤੀ ਗਈ ਗਰੀਬਾਂ ਨੂੰ ਉੱਪਰ ਚੱਕਣ ਦੀ, ਕਿ ਤੁਹਾਨੂੰ ਲੱਗਦਾ ਹੈ ਕਿ ਅਕਾਲੀ ਦਲ ਨੇ 10 ਸਾਲਾਂ ਦੇ ਵਿੱਚ ਲੋਕਾਂ ਨੂੰ ਪੂਰੇ ਹੱਕ ਦਿੱਤੇ? ਇੱਕ ਭੈਣ ਦਾ ਸ਼੍ਰੀ ਦਰਬਾਰ ਸਾਹਿਬ ਨਤਮਸਤਕ ਹੋ ਕੇ ਬੀਬਾ ਹਰਸਿਮਰਤ ਕੌਰ ਬਾਦਲ ਜੀ ਦਾ ਇਹ ਕਹਿਣਾ ਕਿ ਜੇ ਮੇਰਾ ਭਰਾ ਨਸ਼ੇ ਦਾ ਵਪਾਰੀ ਆ, ਨਸ਼ੇ ਦੇ ਵਪਾਰ 'ਚ ਦੋਸ਼ੀ ਆ, ਤਾਂ ਉਹਦਾ ਵੀ ਕੱਖ ਨਾ ਰਹੇ। ਔਰ ਕਹਿੰਦੀ ਜਿਹੜੇ ਮੇਰੇ ਭਰਾ ਦੇ ਨਾਲ ਉੱਤੇ ਗਲਤ ਰਾਜਨੀਤੀ ਕਰਦੇ ਉਹਦਾ ਵੀ ਕੱਖ ਨਾ ਰਹੇ। ਇਹ ਗੱਲ ਸਾਰੀ ਦੁਨੀਆ ਨੇ ਸੁਣੀ ਆ, ਬੜੀ ਮਾਰਮਿਕ ਗੱਲ ਹੈ, ਦਿਲ ਨੂੰ ਟੁੰਬਣ ਵਾਲੀ ਗੱਲ ਹੈ ਜਿਹੜੀ। ਬਸਪਾ ਨੇ ਕੀ ਸੋਚ ਕੇ ਅਕਾਲੀ ਦਲ ਦੇ ਨਾਲ ਸਮਝੌਤਾ ਕੀਤਾ, ਗੱਠਜੋੜ ਕੀਤਾ? ਆ ਜਿਹੜਾ ਇਲੈਕਸ਼ਨ ਹੈ ਸਾਹਿਬ ਕਾਂਸ਼ੀ ਰਾਮ ਜੀ ਨੂੰ ਸੱਚੀ ਸੁੱਚੀ ਸ਼ਰਧਾਂਜਲੀ ਹੋਵੇਗਾ। ਹੁਣ ਐਸੀ ਸਥਿਤੀ ਦੇ ਵਿੱਚ ਜਦੋਂ ਅਕਾਲੀ ਦਲ ਆਪਣੀ ਬਿਖਰੀ ਹੋਈ ਤਾਕਤ ਨੂੰ ਇਕੱਠੇ ਕਰ ਰਿਹਾ ਹੈ, ਉਸ ਸਮੇਂ ਤੁਸੀਂ ਅਕਾਲੀ ਦਲ ਦੇ ਨਾਲ ਆਏ ਹੋ, ਤੇ ਫਿਰ ਕਿੰਨਾ ਕੁ ਤੁਸੀਂ ਲੋਕਾਂ ਦੇ ਵਿੱਚ ਪ੍ਰਭਾਵ ਪਾ ਸਕੋਗੇ, ਕਿੰਨਾ ਕੁ ਲੋਕਾਂ ਨੂੰ ਨਾਲ ਜੋੜ ਸਕੋਗੇ, ਆਪਣੇ ਨਾਲ ਤੋਰ ਸਕੋਗੇ? ਕੋਈ ਪਾਰਟੀ ਆਪਣਾ ਪ੍ਰਭਾਵ ਕਿੰਨਾ ਕੁ ਗਵਾ ਚੁੱਕੀ ਆ, ਇਹ ਇਲੈਕਸ਼ਨ ਕਮਿਸ਼ਨ ਦਾ ਡਾਟਾ ਬੋਲਦਾ। ਨਾਗਪੁਰ ਵੀ ਚਾਹੁੰਦਾ, RSS ਵੀ ਚਾਹੁੰਦਾ ਕਿ ਜੇ ਪੰਜਾਬ ਤੇ ਕਬਜ਼ਾ ਕਰਨਾ ਆ ਤਾਂ ਸਾਨੂੰ ਭਾਜਪਾ ਵਿਰੋਧੀ ਵੋਟਾਂ ਨੂੰ ਵੱਢਣਾ ਪਏਗਾ। ਇਹ ਜਿਹੜਾ ਮੰਜਾ ਆ, ਇਹਦੇ 4 ਪਾਵਿਆਂ ਚੋਂ ਇੱਕ ਪਾਵਾ ਨਾਗਪੁਰ ਦਾ ਆ, ਇੱਕ ਪਾਵਾ ਭਾਰਤੀ ਜਨਤਾ ਪਾਰਟੀ ਦਾ ਆ, ਇੱਕ ਪਾਵਾ ਰਾਜਨੀਤਿਕ ਹਵਸ ਦਾ ਆ। ਮਿੱਤਰਾਂ ਦੀ ਛਤਰੀ ਤੋੜ ਗਈ, ਅੰਬਰਾਂ ਤੇ ਲਾਂਦੀਆਂ ਡਾਰੀਆਂ। ਹੁਣ ਅੰਬਰਾਂ 'ਚ ਕੋਈ ਕਬੂਤਰ ਇਹਨਾਂ ਦਾ ਉੜ ਕੇ ਕਾਂਗਰਸ ਦੀ ਛਤਰੀ ਤੇ ਬਹਿ ਗਿਆ, ਕੋਈ ਅਕਾਲੀਆਂ ਦੇ। ਝੁੰਡਾਂ ਦੇ ਝੁੰਡ ਚਿੱਟੀਆਂ ਟੋਪੀਆਂ ਵਾਲੇ ਕਿਤੇ ਨਜ਼ਰ ਨਹੀਂ ਆਉਂਦੇ। ਚੌਂਕਾਂ 'ਚ ਚਿੱਟਾ ਝੰਡਾ ਇਹਨਾਂ ਦਾ ਗੁੰਮਰਾਹ ਕਰਨ ਵਾਲਾ ਕਿਤੇ ਨਜ਼ਰ ਨਹੀਂ ਆਉਂਦਾ। ਅੱਜ ਇਹਨਾਂ ਦੀ ਇਨਕਲਾਬ ਜਿੰਦਾਬਾਦ ਵੀ ਭਾਂਡੇ 'ਚ ਬੜੀ ਪਈ ਹੈ। ਮਾਨਯੋਗ ਸੁੱਚਾ ਸਿੰਘ ਛੋਟੇ ਪਰ ਸੀ, ਇਹਨਾਂ ਨੇ ਐਦਾਂ ਦਾ ਚਟਿਆ ਦਰਖਤ, ਉਹ ਵਿਚਾਰਾ ਮੁੜ ਕੇ ਹਰਾ ਹੋਣ ਲਈ ਭਾਲਣ ਲੱਗਿਆ ਆ। ਅੱਛਾ, ਹੁਣ ਰਾਜਨੀਤੀ ਕਰ ਰਿਹਾ ਸੀ ਕੈਪਟਨ, ਰਾਜਨੀਤੀ ਕਰ ਰਿਹਾ ਸੀ ਜਾਖੜ, ਰਾਜਨੀਤੀ ਕਰ ਰਿਹਾ ਸੀ ਇਸ ਮੁੱਦੇ ਤੇ ਸਿੱਧੂ, ਰਾਜਨੀਤੀ ਕਰ ਰਿਹਾ ਸੀ ਇਸ ਮੁੱਦੇ ਦੇ ਉੱਤੇ ਰੰਧਾਵੇ, ਸਾਰੇ ਕਰ ਰਹੇ ਸੀ। ਔਰ ਅੱਜ ਅਸੀਂ ਦੇਖ ਰਹੇ ਹਾਂ ਉਹਨਾਂ ਸਾਰਿਆਂ ਦਾ ਹੀ ਇੱਕ ਇੱਕ ਕਰਕੇ ਮੈਨੂੰ ਲੱਗਦਾ ਕੱਖ ਵੀ ਨਹੀਂ ਬਚਣਾ ਹੈਗਾ। ਤਾਂ ਉਹਦਾ ਜਿਹੜਾ ਉੱਤਰ ਵਾ ਡਾਕਟਰ ਨਵਜੋਤ ਕੌਰ ਸਿੱਧੂ ਨੇ ਦਿੱਤਾ ਕਿ ਜੇ ਕੱਲ੍ਹ ਨੂੰ ਸਾਡਾ ਬੋਰੀ ਬਿਸਤਰਾ ਗੋਲ ਹੋ ਗਿਆ, ਅਸੀਂ ਮੁੜ ਕੇ ਟੀਕੇ ਲਾਉਣ ਲੱਗ ਪਵਾਂਗੇ। ਇਹ ਮੁੜ ਕੇ ਜਿਹੜਾ ਉੱਥੇ ਮਨੋਰੰਜਨ ਕਰਨ ਲਈ ਬੰਬੇ ਜਾ ਵੜੂ। ਚੰਨੀ ਸਾਹਿਬ, ਤੁਹਾਨੂੰ ਮੁੱਖ ਮੰਤਰੀ ਕਾਂਗਰਸ ਨੇ ਦਲਿਤ ਭਾਈਚਾਰਿਆਂ ਨੂੰ ਗੁੰਮਰਾਹ ਕਰਨ ਲਈ ਲਾਇਆ। ਇੱਕ ਗੜੀ ਹੈ ਪੰਜਾਬ, ਜਿਹੜਾ ਭੈਣ ਕੁਮਾਰੀ ਮਾਇਆਵਤੀ ਜੀ ਦੇ ਆਸ਼ੀਰਵਾਦ ਨਾਲ ਪੂਰੇ ਦਲਿਤ ਸਮਾਜ ਨੂੰ, ਬਹੁਜਨ ਸਮਾਜ ਨੂੰ, ਗਰੀਬਾਂ ਨੂੰ ਜਗਾ ਰਿਹਾ। ਕਿਸੇ ਜਾਤੀ ਦੇ ਹੋਣ, ਕਿਸੇ ਧਰਮ ਦੇ ਹੋ, ਗੜੀ ਦੇ ਹਿੱਕ 'ਚ ਆ ਕੇ ਕਿਉਂ ਨਹੀਂ ਬਚਿਆ? ਤੁਸੀਂ ਵੇਖ ਰਹੇ ਹੋ ਦਾ ਅਨਮਿਊਟ, ਮੈਂ ਰਣਦੀਪ ਸਿੰਘ। ਪੰਜਾਬ ਦੇ ਵਿੱਚ ਵਿਧਾਨ ਸਭਾ ਚੋਣਾਂ ਦਾ ਮਾਹੌਲ ਪੂਰੀ ਤਰ੍ਹਾਂ ਗਰਮ ਹੈ। ਜੇਕਰ ਗੱਲ ਕੀਤੀ ਜਾਏ ਫਗਵਾੜਾ ਸੀਟ ਦੀ, ਤਾਂ ਫਗਵਾੜਾ ਹਲਕਾ ਦੇ ਵਿੱਚ ਵੀ ਇਸ ਵਾਰ ਸਖਤ ਮੁਕਾਬਲਾ ਮੰਨਿਆ ਜਾ ਰਿਹਾ ਹੈ, ਕਿਉਂਕਿ ਇਸ ਵਾਰ ਜਸਵੀਰ ਸਿੰਘ ਗੜੀ, ਜੋ ਕਿ ਬਸਪਾ ਦੇ ਪੰਜਾਬ ਤੋਂ ਪ੍ਰਧਾਨ ਨੇ, ਉਹ ਵੀ ਮੈਦਾਨ ਦੇ ਵਿੱਚ ਨੇ। ਵਿਜੇ ਸੰਪਲਾ BJP ਤੋਂ ਨੇ, ਇਸੇ ਤਰ੍ਹਾਂ ਜੋਗਿੰਦਰ ਸਿੰਘ ਮਾਨ ਆਮ ਆਦਮੀ ਪਾਰਟੀ ਤੋਂ, ਇਸੇ ਤਰ੍ਹਾਂ ਪਹਿਲਾਂ ਹੀ ਵਿਧਾਇਕ ਬਲਵਿੰਦਰ ਸਿੰਘ ਢਾਲੀਵਾਲ ਉਹ ਵੀ ਮੌਜੂਦ ਨੇ। ਹੁਣ ਦੇਖਣਾ ਹੋਏਗਾ ਆਉਣ ਵਾਲੇ ਸਮੇਂ ਦੇ ਵਿੱਚ ਬਾਜੀ ਕੌਣ ਮਾਰਦਾ। ਫਿਲਹਾਲ ਸਾਡੇ ਨਾਲ ਜਸਵੀਰ ਸਿੰਘ ਗੜੀ ਮੌਜੂਦ ਨੇ, ਗੱਲਬਾਤ ਕਰਦੇ ਹਾਂ। ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ ਜੀ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਕਿਵੇਂ ਚੱਲ ਰਿਹਾ ਚੋਣ ਪ੍ਰਚਾਰ ਫਗਵਾੜਾ ਦੇ ਵਿੱਚ? ਤੁਸੀਂ ਵੀ ਚੋਣ ਮੈਦਾਨ ਦੇ ਵਿੱਚੋਂ, ਇਸ ਸੀਟ ਵੀ ਜਿਹੜੀ ਹੈ ਸਖਤ ਮੁਕਾਬਲਾ ਮੰਨਿਆ ਜਾ ਰਿਹਾ, ਕਿਉਂਕਿ ਵਿਜੇ ਸੰਪਲਾ ਵੀ ਪੁਰਾਣੇ ਖਿਡਾਰੀ ਨੇ। ਉਸ ਤੋਂ ਇਲਾਵਾ ਜੇਕਰ ਢਾਲੀਵਾਲ ਸਾਹਿਬ ਦੀ ਗੱਲ ਕਰੀਏ, ਉਹ ਤਾਂ ਮੌਜੂਦਾ MLA ਹੈਗੇ ਹੀ ਨੇ। ਕੀ ਲੱਗਦਾ ਇਸ ਵਾਰ ਕਿਸ ਦੀ ਹਵਾ ਹੈ? ਇਹ ਪੰਜਾਬ ਦੇ ਵਿੱਚ ਪਹਿਲਾ ਮੌਕਾ ਆ ਜਦੋਂ ਸਾਰੇ ਹੀ ਉਮੀਦਵਾਰ ਇਹ ਕਹਿ ਰਹੇ ਆ ਕਿ ਮੇਰੀ ਹਵਾ ਆ। ਔਰ ਖੁਦ ਜਿਹੜਾ ਆ ਪੰਜਾਬ ਦੇ ਲੋਕ ਇਸ ਗੱਲ ਨੂੰ ਲੈ ਕੇ ਕਨਫਿਊਜ਼ਨ ਸਟੇਟ 'ਚ ਨੇ ਕਿ ਕਿਹਦੀ ਹਵਾ ਆ। 2 ਦਿਨ ਕਿਸੇ ਦੀ ਹਵਾ ਹੁੰਦੀ ਆ, 2 ਦਿਨ ਕਿਸੇ ਦੀ ਹਵਾ ਹੁੰਦੀ ਆ, ਲੇਕਿਨ ਫਗਵਾੜਾ ਇੱਕ ਇਹੋ ਜਿਹੀ ਸੰਭਲੀ ਆ ਜਿੱਥੇ ਪਿਛਲੇ 4 ਮਹੀਨਿਆਂ ਤੋਂ ਇੱਕੋ ਹੀ ਹਵਾ ਆ ਕਿ ਗੜੀ ਦੀ ਹਵਾ ਆ। ਜੀ ਠੀਕ ਹੈ, ਤੁਸੀਂ ਮੰਨਦੇ ਹੋ ਕਿ ਗੜੀ ਦੀ ਹਵਾ ਆ। ਗੜੀ ਦੀ ਹਵਾ ਅਕਾਲੀ ਦਲ ਦੇ ਨਾਲ ਮਿਲ ਕੇ ਹੋਈ ਹੈ, ਜਾਂ ਤੁਹਾਨੂੰ ਪਹਿਲਾਂ ਕੀ ਲੱਗਦਾ ਸੀ, ਪਹਿਲਾਂ ਵੀ ਤੁਸੀਂ ਮਜ਼ਬੂਤੀ ਦੇ ਨਾਲ ਉਤਰ ਸਕਦੇ ਸੀ? ਕਿਉਂਕਿ ਪਿਛਲੇ ਸਮੇਂ ਤੋਂ ਜੇਕਰ ਪੰਜਾਬ ਦੇ ਵਿੱਚ ਬਸਪਾ ਦੀ ਸਥਿਤੀ ਦੇਖੀ ਜਾਏ ਤਾਂ ਜਿਹੜੇ ਪੁਰਾਣੇ ਖੂਨ ਕਹੇ ਜਾਂਦੇ ਨੇ ਉਹ ਕਿਤੇ ਨਾ ਕਿਤੇ
ਨਿਰਾਸ਼ ਸਨ, ਉਹਨਾਂ ਦੇ ਵਿੱਚ ਨਿਰਾਸ਼ਤਾ ਪਾਈ ਜਾਂਦੀ ਸੀ। ਪਰ ਹੁਣ ਜਦੋਂ ਬਸਪਾ ਅਕਾਲੀ ਦਲ ਦੇ ਨਾਲ ਗੱਠਜੋੜ ਕਰ ਲਿਆ ਹੈ, ਹਾਥੀ ਤੇ ਤੱਕੜੀ ਦਾ ਆਪਸ ਦੇ ਵਿੱਚ ਗੱਠਜੋੜ ਹੋ ਗਿਆ ਹੈ, ਹੁਣ ਕੀ ਲੱਗਦਾ ਹੈ? ਜਦੋਂ ਵੀ ਮੈਦਾਨੇ ਜੰਗ ਵਿੱਚ ਦੋ ਫੌਜਾਂ ਮਿਲ ਕੇ ਨਿੱਤਰਦੀਆਂ ਨੇ ਤੇ ਇਹ ਅਮੂਮਨ ਨਹੀਂ ਹੈ ਕਿ ਗੱਠਜੋੜ ਦੀਆਂ ਫੌਜਾਂ 'ਚ ਹੌਸਲਾ ਹੁੰਦਾ ਆ। ਇਸੇ ਤਰ੍ਹਾਂ ਬਸਪਾ ਸ਼੍ਰੋਮਣੀ ਅਕਾਲੀ ਦਲ ਦੀਆਂ ਫੌਜਾਂ 'ਚ ਵੀ ਮੂੰਹ ਜ਼ੋਰ ਹੌਸਲਾ, ਮੂੰਹ ਜ਼ੋਰ ਜੋਸ਼ ਹੈ। ਔਰ ਇਹ ਜਿਹੜਾ ਜੋਸ਼, ਇਹ ਹੌਸਲਾ ਬਸਪਾ ਸ਼੍ਰੋਮਣੀ ਅਕਾਲੀ ਦਲ ਗੱਠਜੋੜ ਨੂੰ ਸੱਤਾ ਵਿੱਚ ਪਹੁੰਚਾਏਗਾ। ਸੰਯੁਕਤ ਸਮਾਜ ਮੋਰਚਾ ਵੀ ਪੂਰੇ ਪੰਜਾਬ ਦੇ ਵਿੱਚ ਆਪਣੇ ਕੈਂਡੀਡੇਟ ਖੜਾ ਕਰ ਰਿਹਾ ਹੈ। ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਕਿਸਾਨਾਂ ਦੇ ਹਿੱਤਾਂ ਦੀ ਅਸੀਂ ਗੱਲ ਕਰਾਂਗੇ। ਪੰਜਾਬ ਡੁੱਬਦਾ ਜਾ ਰਿਹਾ, ਪੰਜਾਬ ਦੇ ਡੁੱਬਦੇ ਉਹਨੂੰ ਬਚਾਉਣ ਦੀ ਜ਼ਰੂਰਤ ਹੈ। 10 ਸਾਲ ਅਕਾਲੀ ਦਲ ਨੇ ਰਾਜ ਕੀਤਾ, ਪੰਜਾਬ ਉਸ ਵੇਲੇ ਵੀ ਡੁੱਬਿਆ। ਉਸ ਤੋਂ ਬਾਅਦ 5 ਸਾਲ ਕਾਂਗਰਸ ਦੀ ਸਰਕਾਰ ਆਈ, ਪੰਜਾਬ ਉਸ ਵੇਲੇ ਵੀ ਡੁੱਬਿਆ। ਹੁਣ ਕਿਸਾਨ ਆਗੂ ਨਿੱਤਰੇ ਨੇ ਮੈਦਾਨ ਦੇ ਵਿੱਚ, ਕਿਸਾਨ ਆਗੂਆਂ ਦੀ ਭੂਮਿਕਾ ਨੂੰ ਹੁਣ ਕਿਵੇਂ ਦੇਖ ਰਹੇ ਹੋ? ਸੰਯੁਕਤ ਕਿਸਾਨ ਮੋਰਚੇ ਦੇ ਵਿੱਚ ਬਹੁਤ ਸਾਰੇ ਆਗੂ ਲਵਾਦਾ ਪਾ ਕੇ ਬੈਠੇ ਸੀ, ਜਿਨ੍ਹਾਂ ਬਾਰੇ ਅਕਸਰ ਅਖਬਾਰਾਂ 'ਚ ਬਿਆਨ ਲੱਗਦੇ ਰਹੇ ਕਿ ਇਹਨਾਂ 'ਚ ਰਾਜਨੀਤੀ ਦੀ ਹਵਸ ਹੈ, ਰਾਜਨੀਤਿਕ ਪੋਲੀਟੀਕਲ ਲਸਟ ਹੈ ਔਰ ਲੋਕਾਂ ਨੂੰ ਗੁੰਮਰਾਹ ਕਰਕੇ ਪੋਲੀਟੀਕਲ ਪਾਰਟੀਆਂ ਦਾ ਵਿਰੋਧ ਕਰ ਰਹੇ ਆ। ਆਉਣ ਵਾਲੇ ਸਮੇਂ 'ਚ ਇਹ ਪੋਲੀਟੀਕਲ ਸਿਸਟਮ ਦਾ ਪਾਰਟ ਹੋਣਗੇ। ਉਹ ਜਿਹੜੀ ਪੋਲੀਟੀਕਲ ਲਸਟ ਵਾਲੇ ਆਗੂ ਸੀ, ਰਾਜਨੀਤਿਕ ਹਵਸ ਵਾਲੇ ਆਗੂ ਸੀ, ਉਹ ਸਾਡੇ ਸਾਹਮਣੇ ਆਏ ਆ ਨਿਕਲ ਕੇ। ਉਹੀ ਆਗੂ ਆਏ ਜਿਹੜੇ ਕਿਸੇ ਸਮੇਂ ਠੋਕ ਕੇ ਵਿਰੋਧ ਕਰਦੇ ਸੀ ਰਾਜਨੀਤੀ ਦਾ, ਔਰ ਉਹਨਾਂ ਨੇ ਆਪਣਾ ਇਹ ਝੰਡਾ ਡੰਡਾ ਖੜਾ ਕੀਤਾ। ਨਾਂ ਤਾਂ ਪਤਾ ਨਹੀਂ ਕਿਆ ਰੱਖਿਆ ਉਹਨਾਂ ਨੇ। ਔਰ ਮੈਂ ਜਦੋਂ ਯੂਪੀ ਔਰ ਬਿਹਾਰ, ਮੱਧ ਪ੍ਰਦੇਸ਼, ਰਾਜਸਥਾਨ ਦਾ ਪਿਛਲੇ 5-7 ਸਾਲਾਂ ਦਾ ਰਾਜਨੀਤਿਕ ਮਾਹੌਲ ਐਨਾਲਾਈਜ਼ ਕਰਦਾ ਤਾਂ ਭਾਰਤੀ ਜਨਤਾ ਪਾਰਟੀ ਨੇ ਹਮੇਸ਼ਾ ਹੀ ਭਾਰਤੀ ਜਨਤਾ ਪਾਰਟੀ ਦੇ ਵਿਰੋਧ ਵਾਲੀਆਂ ਵੋਟਾਂ ਨੂੰ ਹਮੇਸ਼ਾ ਟੁਕੜਿਆਂ 'ਚ ਵੰਡਿਆ। ਜਿਹੜੀ ਕਿਸਾਨ ਅੰਦੋਲਨ ਨਾਲ ਜੁੜੀ ਹੋਈ ਵੋਟ ਵਾ, ਉਹ ਵੀ ਰਾਜਨੀਤੀ ਭਾਰਤੀ ਜਨਤਾ ਪਾਰਟੀ ਦੇ ਵਿਰੋਧ 'ਚ ਖੜੀ ਆ। ਔਰ ਉਹ ਵਿਰੋਧ 'ਚ ਖੜੀ ਹੋਈ ਵੋਟ ਇਕੱਠੀ ਹੋ ਕੇ ਅਕਾਲੀ ਬਸਪਾ ਗੱਠਜੋੜ ਨੂੰ ਨਾ ਪੈ ਜਾਏ, ਉਹਦੇ 'ਚੋਂ ਟੁਕੜਾ ਜਿਹੜਾ ਤੋੜ ਕੇ ਭਾਰਤੀ ਜਨਤਾ ਪਾਰਟੀ ਦਾ, ਮੈਨੂੰ ਇੱਦਾਂ ਸ਼ੱਕ ਵਾ, ਉਹ ਕਿਤੇ ਨਾ ਕਿਤੇ ਉਹਨਾਂ ਦਾ ਵੀ ਹੱਥ ਜਿਹੜਾ ਆ ਉਹ ਵੀ ਚਾਹੁੰਦੇ ਆ, ਨਾਗਪੁਰ ਵੀ ਚਾਹੁੰਦਾ, RSS ਵੀ ਚਾਹੁੰਦਾ ਕਿ ਜੇ ਪੰਜਾਬ 'ਤੇ ਕਬਜ਼ਾ ਕਰਨਾ ਆ ਤਾਂ ਸਾਨੂੰ ਭਾਜਪਾ ਵਿਰੋਧੀ ਵੋਟਾਂ ਨੂੰ ਵੱਢਣਾ ਪਏਗਾ। ਕਿਸਾਨ ਭਾਈਚਾਰੇ ਦੀਆਂ ਵੋਟਾਂ ਤਾਂ 100% ਭਾਜਪਾ ਦੇ ਖਿਲਾਫ ਖੜੀਆਂ। ਔਰ ਜਿਹੜਾ ਇਹ ਮੋਰਚਾ ਬਣਾਇਆ ਮੰਜੇ ਤੇ ਬੈਠ ਕੇ, ਇਹ ਮੈਨੂੰ ਇਦਾਂ ਲੱਗਦਾ ਕਿ ਇਹ ਜਿਹੜਾ ਮੰਜਾ ਆ, ਇਹਦੇ 4 ਪਾਵਿਆਂ 'ਚੋਂ ਇੱਕ ਪਾਵਾ ਨਾਗਪੁਰ ਦਾ ਆ, ਇੱਕ ਪਾਵਾ ਭਾਰਤੀ ਜਨਤਾ ਪਾਰਟੀ ਦਾ ਆ, ਇੱਕ ਪਾਵਾ ਰਾਜਨੀਤਿਕ ਹਵਸ ਦਾ ਆ, ਔਰ ਇੱਕ ਪਾਵਾ ਇਹਨਾਂ ਦਾ ਜਿਹੜਾ ਨਕਲੀ ਜਿਹੜਾ ਇਹਨਾਂ ਦੀ ਭਾਵਨਾ ਸੀ ਕਿਸਾਨਾਂ ਨਾਲ ਖੜੇ ਹੋਣ ਦੀ, ਉਸ ਭਾਵਨਾ ਦਾ ਆ। ਹੁਣ ਤੁਸੀਂ ਮੁਕਾਬਲਾ ਕਿਸ ਨਾਲ ਮੰਨ ਰਹੇ ਹੋ ਇਸ ਸੀਟ ਦੇ ਉੱਪਰ? ਕਿਉਂਕਿ ਵਿਜੇ ਸਾਂਪਲਾ ਵੀ ਪੁਰਾਣੇ ਖਿਲਾੜੀ ਨੇ, ਦੂਜੇ ਪਾਸੇ ਕਾਂਗਰਸੀ ਆਗੂ, ਆਮ ਆਦਮੀ ਪਾਰਟੀ ਦੀ ਤਾਂ ਕਿਹਾ ਜਾ ਰਿਹਾ, ਉਹਨਾਂ ਵੱਲੋਂ ਦਾਅਵਾ ਕੀਤਾ ਜਾ ਰਿਹਾ ਕਿ ਸਾਡੀ ਇਸ ਵਾਰ ਪੰਜਾਬ ਦੇ ਵਿੱਚ ਹਵਾ ਹੈ, ਅਸੀਂ ਭਗਵੰਤ ਮਾਨ ਦੀ ਅਗਵਾਈ ਦੇ ਵਿੱਚ ਪੰਜਾਬ ਦੇ ਵਿੱਚ ਸਰਕਾਰ ਬਣਾਵਾਂਗੇ। ਤੁਸੀਂ ਇੱਥੇ ਮੁਕਾਬਲਾ ਕਿਸ ਨਾਲ ਮੰਨ ਰਹੇ ਹੋ ਆਪਣਾ? ਦੇਖੋ, ਮੈਂ ਫਿਰ ਬੇਨਤੀ ਕਰਦਾ ਕਿ ਅਸੀਂ ਤਾਂ ਛੋਟਾ ਜਿਹਾ, ਮੈਂ ਤਾਂ ਇਨਸਾਨ ਹੈ, ਜ਼ਮੀਨ ਨਾਲ ਮਿੱਟੀ ਨਾਲ ਜੁੜਿਆ ਹੋਇਆ। ਮੈਂ ਤਾਂ ਜਿੰਨੇ ਵੀ ਲੜ ਰਹੇ ਸਾਰਿਆਂ ਨੂੰ ਹੀ ਆਪਣੇ ਤੇ ਵੱਡਾ ਮੰਨਦਾ ਆ। ਮੈਂ ਤਾਂ ਸਾਰਿਆਂ ਨੂੰ ਹੀ ਇਹ ਕਹਿੰਦਾ, ਸਾਰੇ ਹੀ ਮਜ਼ਬੂਤ ਹੈ। ਮੈਂ ਕਿਉਂ ਕਿਸੇ ਨੂੰ ਕਮਜ਼ੋਰ ਕਹਿ ਕੇ ਮੈਂ ਉਸ ਕੁਦਰਤ ਵਾਹਿਗੁਰੂ ਅੱਗੇ ਮੈਂ ਜਵਾਬਦੇਹ ਹਾਂ। ਮੈਂ ਕਿਉਂ ਕੁਦਰਤ ਦੇ ਅੱਗੇ ਇਸ ਗੱਲ ਨੂੰ ਲੈ ਕੇ ਛੋਟਾ ਪਵਾਂ ਕਿ ਮੈਂ ਕਿਸੇ ਨੂੰ ਛੋਟਾ ਕਿਹਾ। ਮੈਂ ਤਾਂ ਅੱਜ ਦੇ ਦਿਨ ਇਹੀ ਕਹੂੰਗਾ ਜੀ, ਮੈਂ ਬੜਾ ਗਰੀਬ ਨਿਮਾਣਾ ਜਿਹਾ ਇੱਥੋਂ ਖੜਾ ਹਾਂ। ਲੜਨਾ ਮੇਰੇ ਖੂਨ 'ਚ ਹੈ, ਲੜਨਾ ਮੇਰਾ ਸ਼ੌਂਕ ਹੈ, ਜਿੱਤਣਾ ਮੇਰਾ ਪੈਸ਼ਨ ਹੈ, ਪਰ ਮੈਂ ਸਾਰਿਆਂ ਨੂੰ ਹੀ ਤਕੜੇ ਮੰਨਦਾ। ਕਿੰਨੀਆਂ ਸੀਟਾਂ 'ਤੇ ਉਮੀਦ ਹੈ ਬਸਪਾ ਨੂੰ ਪੰਜਾਬ ਦੇ ਵਿੱਚ? ਅਸੀਂ ਕੁਦਰਤ ਅੱਗੇ ਤਾਂ ਅਰਦਾਸ ਇਹ ਕੀਤੀ ਹੈ ਕਿ 20 ਦੀਆਂ 20 ਸੀਟਾਂ ਬਸਪਾ ਜਿੱਤੇ, 97 ਦੀਆਂ 97 ਸੀਟਾਂ ਸ਼੍ਰੋਮਣੀ ਅਕਾਲੀ ਦਲ ਜਿੱਤੇ। ਕਿਉਂਕਿ ਪਿਛਲੇ ਸਮੇਂ ਦੌਰਾਨ ਬਸਪਾ ਦੀ ਸਥਿਤੀ ਪੰਜਾਬ ਦੇ ਵਿੱਚ ਇੰਨੀ ਮਜ਼ਬੂਤ ਨਹੀਂ ਸੀ। ਇਸ ਵਾਰ ਲੱਗਦਾ 20 ਦੇ ਵਿੱਚੋਂ ਤੁਸੀਂ 20 ਲਿਜਾ ਪਾਓਗੇ? ਬਸਪਾ ਦੀ ਸਥਿਤੀ ਹਮੇਸ਼ਾ ਹੀ ਮਜ਼ਬੂਤ ਰਹੀ ਆ। ਇੱਕੋ ਹੀ ਕਮੀ ਰਹੀ ਆ ਕਿ ਪਿਛਲੇ 25 ਸਾਲਾਂ ਤੋਂ ਅਸੀਂ ਪੰਜਾਬ 'ਚ ਖਾਤਾ ਨਹੀਂ ਖੋਲ੍ਹ ਸਕੇ। ਹੁਣ 2019 ਖਾਤਾ ਤਾਂ ਅਸੀਂ 19 'ਚ ਵੀ ਖੋਲ੍ਹ ਨਹੀਂ ਸਕੇ। ਫਗਵਾੜੇ 'ਚੋਂ ਅਸੀਂ 29,000 ਵੋਟ ਕੱਢਦੇ ਹਾਂ, ਕੋਲ ਬੰਗਾ ਆ, ਅਸੀਂ 1 ਨੰਬਰ 'ਤੇ ਰਹੇ ਹਾਂ, 36,000 ਵੋਟ ਪਈ। ਅਕਾਲੀ, BJP ਔਰ ਕਾਂਗਰਸ ਸਾਰੇ ਪਿੱਛੇ ਸੀ ਸਾਡੇ ਤੋਂ। 2019 ਦੀ ਵਿਧਾਨ ਸਭਾ ਬਾਈ ਐਨਾਲਿਸਿਸ ਕਰੀਏ ਜੇ ਲੋਕ ਸਭਾ ਦੀਆਂ, ਨਵਾਂ ਸ਼ਹਿਰ 'ਚੋਂ ਸਾਨੂੰ 36,000 ਵੋਟ ਪਈ ਆ, ਬਲਾਚੌਰੋਂ 22-24 ਪਈ ਆ, ਕਰਤਾਰਪੁਰ ਦੇ ਵਿੱਚੋਂ ਸਾਨੂੰ ਘੱਟੋ ਘੱਟ 32-33,000 ਵੋਟ ਪਈ ਆ,
ਇਹ ਕੋਲ ਨਕੋਦਰ ਇਸ ਸਾਈਡ ਪੈਂਦਾ 22-24,000 ਵੋਟ ਪਈ ਆ, ਆਦਮਪੁਰੋਂ ਸਾਨੂੰ 40,000 ਪਈ ਆ, ਫਲੌਰ ਪੈਂਦਾ ਇੱਧਰ 44,000 ਪਈ ਆ। ਅਸੀਂ ਕਮਜ਼ੋਰ ਨਹੀਂ ਸੀਗੇ, ਜਿੱਤ ਨਹੀਂ ਸਕੇ। ਔਰ 25 ਸਾਲਾਂ ਤੋਂ ਕੇਡਰ ਇਸ ਗੱਲ ਨੂੰ ਲੈ ਕੇ ਜ਼ਰੂਰ ਕਿਤੇ ਨਾਰਾਜ਼ ਸੀ ਕਿ ਅਸੀਂ ਜਿੱਤ ਨਹੀਂ ਸਕੇ। ਉਹ ਨਿਰਾਸ਼ਾ ਨੂੰ ਤੋੜਿਆ, ਇਸ ਵਾਰ ਟੁੱਟੇਗੀ ਔਰ ਹਾਥੀ ਇਸ ਵਾਰੀ ਜਿੱਤੇਗਾ। ਸਾਬਕਾ ਸ਼੍ਰੀ ਰਾਮ ਜੀ ਜਿਹੜੇ 2002 ਚ ਪੰਜਾਬ 'ਚ 13 ਮਹੀਨੇ ਲਗਾ ਕੇ ਗਏ ਸੀ, ਜਿਹਨੂੰ ਪੂਰੀ ਦੁਨੀਆ ਇਹ ਕਹਿੰਦੀ ਸੀ ਕਿ ਬਾਬਾ ਸਾਹਿਬ ਅੰਬੇਡਕਰ ਤੁਹਾਨੂੰ ਨਹੀਂ ਦੇਖਿਆ ਪਰ ਤੇਰੇ ਵਰਗਾ ਇੱਕ ਹੋਰ ਆਇਆ ਕਾਂਸ਼ੀ ਰਾਮ, ਔਰ ਉਹ ਨਾਰਾ ਲਾਉਂਦੇ ਸੀ ਬਾਬਾ ਸਾਹਿਬ ਦਾ ਦੂਸਰਾ ਨਾਮ ਕਾਸ਼ੀ ਰਾਮ, ਕਾਸ਼ੀ ਰਾਮ। ਉਹ ਵੀ ਪੰਜਾਬ ਦੀ ਧਰਤੀ ਤੋਂ ਬਿਨਾਂ ਨਤੀਜਾ ਦਿਖਾਏ ਰੋ ਕੇ ਗਏ 2002 ਚ। ਆਹ ਜਿਹੜਾ ਇਲੈਕਸ਼ਨ ਹੈ ਸਾਹਿਬ ਕਾਂਸ਼ੀ ਰਾਮ ਜੀ ਨੂੰ ਸੱਚੀ ਸੁੱਚੀ ਸ਼ਰਧਾਂਜਲੀ ਹੋਵੇਗਾ ਭੈਣ ਕੁਮਾਰੀ ਮਾਇਆਵਤੀ ਜੀ ਦੀ ਅਗਵਾਈ 'ਚ ਕਿ ਅਸੀਂ ਸਮੁੱਚੇ ਵਰਕਰ, ਸਮੁੱਚੀ ਲੀਡਰਸ਼ਿਪ, ਅੱਜ ਅਸੀਂ ਸਾਰੇ ਹੀ ਤੇਰ ਮੇਰ ਭੁਲਾ ਕੇ, ਅਸੀਂ ਸਾਰੇ ਹੀ ਨਿਰਾਸ਼ਾ ਭੁਲਾ ਕੇ, ਅਸੀਂ ਸਾਰੇ ਹੀ ਜਿਸ ਤਰੀਕੇ ਨਾਲ ਲੱਗੇ ਹੋਏ ਆ। ਔਰ ਮੇਰੀ ਵਰਕਰਾਂ ਨੂੰ ਅਪੀਲ ਹੈ, ਇਹ ਸਪੀਡ, ਇਹ ਰਫਤਾਰ 10 ਗੁਣਾ 20 ਗੁਣਾ ਕਰ ਦਿਓ ਤਾਂ ਜੋ ਆਉਣੇ ਵਾਲੇ 15 ਦਿਨਾਂ ਤੋਂ ਬਾਅਦ ਜਿਹੜਾ ਇਤਿਹਾਸ ਲਿਖਿਆ ਜਾਏ ਉਹ ਬਹੁਜਨ ਸਮਾਜ ਪਾਰਟੀ ਦਾ ਇਤਿਹਾਸ। ਬਸਪਾ ਹਮੇਸ਼ਾ ਹੀ ਜਦੋਂ ਵੀ ਗੱਲ ਕਰਦੀ ਆਈ ਹੈ ਤਾਂ ਬਸਪਾ ਵੱਲੋਂ ਗੱਲ ਕੀਤੀ ਗਈ ਗਰੀਬਾਂ ਨੂੰ ਉੱਪਰ ਚੱਕਣ ਦੀ, ਜ਼ਰੂਰਤਮੰਦ ਜਿਹੜੇ ਉਹਨਾਂ ਨੂੰ ਉੱਪਰ ਉਠਾਉਣ ਦੀ, ਉਹਨਾਂ ਦੇ ਬਣਦੇ ਹੱਕ ਜਿਹੜੇ ਉਹਨਾਂ ਨੂੰ ਦਿਵਾਉਣ ਦੀ। ਕੀ ਤੁਹਾਨੂੰ ਲੱਗਦਾ ਹੈ ਕਿ ਅਕਾਲੀ ਦਲ ਨੇ 10 ਸਾਲਾਂ ਦੇ ਵਿੱਚ ਲੋਕਾਂ ਨੂੰ ਪੂਰੇ ਹੱਕ ਦਿੱਤੇ, ਲੋਕਾਂ ਨੂੰ ਉੱਪਰ ਚੱਕਿਆ? ਕੀ ਸੋਚ ਕੇ ਅਕਾਲੀ ਦਲ ਦੇ ਨਾਲ, ਲੋਕਾਂ ਦਾ ਵੀ ਸਵਾਲ ਹੈ ਕਿ ਬਸਪਾ ਨੇ ਕੀ ਸੋਚ ਕੇ ਅਕਾਲੀ ਦਲ ਦੇ ਨਾਲ ਸਮਝੌਤਾ ਕੀਤਾ, ਗੱਠਜੋੜ ਕੀਤਾ? ਜਦੋਂ ਵੀ ਗੱਠਜੋੜ ਹੁੰਦਾ ਆ, ਤਾਕਤਵਰ ਧਿਰ ਕਦੇ ਵੀ ਸਮਝੌਤਾ ਨਹੀਂ ਕਰਦੀ। ਜਦੋਂ ਵੀ ਸਮਝੌਤਾ ਹੁੰਦਾ ਆ ਉਹ ਆਪਸ ਦੇ ਵਿੱਚ ਤਾਕਤ ਬਣਾਉਣ ਲਈ ਹੁੰਦਾ ਆ। ਕਿਨ ਕਿਆ ਕੀਤਾ, ਕਿਨ ਕਿਆ ਨਹੀਂ ਕੀਤਾ, ਇਹ ਗੱਲਾਂ ਰਾਜਨੀਤੀ ਵਿੱਚ ਮੈਨੇ ਨਹੀਂ ਰਖਾਉਣੀਆਂ। ਰਾਜਨੀਤੀ 'ਚ ਤਾਂ ਇਹ ਮੈਨੇ ਰਖਾਉਂਦਾ ਕਿ ਤੁਹਾਡੀ ਪਾਰਟੀ ਸੱਤਾ ਦੀ ਭਾਗੀਦਾਰ ਕਿੱਦਾਂ ਬਣ ਸਕਦੀ ਆ, ਤਾਕਤ 'ਚ ਕਿੱਦਾਂ ਆ ਸਕਦੀ ਆ। ਹਰ ਪਾਰਟੀ ਦੀ ਆਪਣੀ ਪਾਲਿਸੀ ਆ। ਬਹੁਜਨ ਸਮਾਜ ਪਾਰਟੀ ਦੀ ਪਾਲਿਸੀ ਆ ਦਲਿਤਾਂ, ਪਛੜੇ, ਗਰੀਬਾਂ, ਕਿਸੇ ਜਾਤੀ ਦੇ ਹੋਣ, ਕਿਸੇ ਧਰਮ ਦੇ ਹੋਣ, ਉਹਨਾਂ ਲਈ ਸਿਹਤ, ਸਿੱਖਿਆ, ਰੋਜ਼ਗਾਰ ਦੇ ਉੱਤੇ ਕੰਮ ਕੀਤਾ ਜਾਵੇ। ਸਿਹਤ, ਸਿੱਖਿਆ, ਰੋਜ਼ਗਾਰ ਨੂੰ ਲੈ ਕੇ ਜੇ ਅਸੀਂ ਜਾਤੀ ਧਰਮ ਦੇ ਵਿਤਕਰੇ ਤੋਂ ਉੱਪਰ ਉੱਠ ਕੇ ਆਪਣੇ ਹਰ ਸਿਟੀਜ਼ਨ ਲਈ ਕੰਮ ਕਰ ਜਾਈਏ ਤਾਂ ਸੰਸਾਰ ਵੀ ਕਹਿੰਦਾ ਆ, ਸੰਸਾਰ ਦੇ ਐਨਾਲਾਈਜ਼ਰ ਵੀ ਕਹਿੰਦੇ ਆ ਕਿ ਜਿਹੜਾ ਹਿਊਮਨ ਡਿਵੈਲਪਮੈਂਟ ਇੰਡੈਕਸ ਹੈ, ਮਨੁੱਖੀ ਵਿਕਾਸ ਸੂਚਕ ਅੰਕ, ਜਦੋਂ ਤੱਕ ਇਹ ਨਹੀਂ ਵੱਧਦਾ ਸਮਾਜ ਦਾ, ਉਦੋਂ ਤੱਕ ਕੋਈ ਸਮਾਜ, ਕੋਈ ਦੇਸ਼, ਕੋਈ ਕੌਮ ਤਰੱਕੀ ਨਹੀਂ ਕਰ ਸਕਦੀ। ਸਾਡਾ ਨਿਸ਼ਾਨਾ ਸਿਹਤ, ਸਿੱਖਿਆ, ਰੋਜ਼ਗਾਰ, ਗਰੀਬ, ਨਿਮਾਣੇ, ਨਿਆਸਰੇ, ਕਿਸੇ ਜਾਤੀ ਦੇ ਹੋਣ, ਕਿਸੇ ਧਰਮ ਦੇ ਹੋਣ, ਉਹਨਾਂ ਦਾ ਲਾਈਫ ਜਿਹੜੀ ਆ ਅਪਲਿਫਟਮੈਂਟ ਕਰਨਾ ਸਾਡਾ ਗੜੀ ਸਾਹਿਬ। ਕਿਉਂਕਿ ਲੋਕ ਇਸ ਕਰਕੇ ਸਵਾਲ ਕਰ ਰਹੇ ਨੇ, ਬੇਅਦਬੀ ਮਾਮਲੇ ਤੇ ਅਕਾਲੀ ਦਲ ਲਗਾਤਾਰ ਘਿਰਦਾ ਰਿਹਾ। ਕਿਤੇ ਨਾ ਕਿਤੇ ਮੰਨਿਆ ਜਾ ਰਿਹਾ ਕਿ ਅਕਾਲੀ ਦਲ ਜੋ ਪੰਥ ਦੀ ਪਾਰਟੀ ਸੀ, ਉਸਨੇ ਆਪਣੀ ਤਾਕਤ ਗਵਾ ਲਈ। ਉਹ ਤਾਕਤ ਪਹਿਲਾਂ ਵਰਗੀ ਨਹੀਂ ਰਹੀ। ਬੇਅਦਬੀ ਮਾਮਲੇ ਤੇ ਘਿਰਨ ਕਰਕੇ ਜਾਂ ਬਾਈਬਲ ਕਲਾ ਗੋਲੀकांड, ਕੋਟਕਪੁਰਾ ਗੋਲੀकांड ਹੋਇਆ, ਉੱਥੇ 2 ਸਿੰਘ ਮਾਰੇ ਗਏ, ਇਨਸਾਫ ਨਹੀਂ ਮਿਲਿਆ, ਕਿਤੇ ਨਾ ਕਿਤੇ ਉਹ ਤਾਕਤ ਗਵਾਚ ਗਈ। ਤੁਹਾਨੂੰ ਕੀ ਲੱਗਦਾ ਹੈ ਹੁਣ ਐਸੀ ਸਥਿਤੀ ਦੇ ਵਿੱਚ ਜਦੋਂ ਅਕਾਲੀ ਦਲ ਆਪਣੀ ਬਿਖਰੀ ਹੋਈ ਤਾਕਤ ਨੂੰ ਇਕੱਠੇ ਕਰ ਰਿਹਾ ਹੈ, ਉਸ ਸਮੇਂ ਤੁਸੀਂ ਅਕਾਲੀ ਦਲ ਦੇ ਨਾਲ ਆਏ ਹੋ, ਤੇ ਫਿਰ ਕਿੰਨਾ ਕੁ ਤੁਸੀਂ ਲੋਕਾਂ ਦੇ ਵਿੱਚ ਪ੍ਰਭਾਵ ਪਾ ਸਕੋਗੇ, ਕਿੰਨਾ ਕੁ ਲੋਕਾਂ ਨੂੰ ਨਾਲ ਜੋੜ ਸਕੋਗੇ, ਆਪਣੇ ਨਾਲ ਤੋਰ ਸਕੋਗੇ? ਕੋਈ ਪਾਰਟੀ ਆਪਣਾ ਪ੍ਰਭਾਵ ਕਿੰਨਾ ਕੁ ਗਵਾ ਚੁੱਕੀ ਆ, ਇਹ ਇਲੈਕਸ਼ਨ ਕਮਿਸ਼ਨ ਦਾ ਡਾਟਾ ਬੋਲਦਾ। 2017 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ 25% ਵੋਟ ਪਈ ਔਰ ਨੰਬਰ ਆਫ ਵੋਟ ਪਰਸੈਂਟੇਜ ਦੇ ਹਿਸਾਬ ਨਾਲ ਪੰਜਾਬ ਦੀ ਸੈਕੰਡ ਲਾਰਜੈਸਟ ਪਾਰਟੀ ਸੀ। ਐਮਐਲਏ ਦੇ ਹਿਸਾਬ ਨਾਲ ਤੀਜੇ ਨੰਬਰ ਤੇ, ਵੋਟ ਪਰਸੈਂਟੇਜ ਦੇ ਹਿਸਾਬ ਨਾਲ ਦੂਜੇ ਨੰਬਰ ਤੇ, ਔਰ ਤੀਸਰੇ ਨੰਬਰ ਤੇ ਆਮ ਆਦਮੀ ਪਾਰਟੀ ਸੀ, ਉਹਨੂੰ ਮੇਬੀ 21 ਜਾਂ 23% ਪਈ ਸੀ। 17 ਜਦੋਂ 2019 ਆਇਆ, 17 ਤੋਂ ਬਾਅਦ ਤਾਂ ਸ਼੍ਰੋਮਣੀ ਅਕਾਲੀ ਦਲ ਨੇ 2% ਹੋਰ ਗੇਨ ਕੀਤਾ ਔਰ 27% ਵੋਟ ਲੈ ਗਈ। ਜਦੋਂ ਸ਼੍ਰੋਮਣੀ ਅਕਾਲੀ ਦਲ ਪੰਜਾਬ 'ਚ 10 ਸਾਲ ਹਕੂਮਤ ਕੀਤੀ ਤਾਂ ਸ਼੍ਰੋਮਣੀ ਅਕਾਲੀ ਦਲ ਕੋਲ 30 ਤੋਂ 32% ਵੋਟ ਰਹੀ ਆ, ਸਿਰਫ 30 ਤੋਂ 32%। ਇਹਦਾ ਮਤਲਬ ਸਰਕਾਰ ਬਣਾਉਣ ਤੋਂ 3% ਪਿੱਛੇ ਆ। ਇਹਦਾ ਮਤਲਬ ਸਰਕਾਰ ਬਣਾਉਣ ਤੋਂ 3% ਪਿੱਛੇ ਆ। ਔਰ ਜਿਹੜਾ ਕੰਮ ਪਿਛਲੇ ਸਮੇਂ, ਔਰ ਆਮ ਆਦਮੀ ਪਾਰਟੀ ਦਾ ਸਰਵੇ ਕਰੀਏ ਜੇ ਆਪਾਂ, ਇਸੇ ਤਾਕਤ ਨੂੰ, ਤਾਕਤ ਬੋਲਿਆਂ ਤੇ ਥੋੜੇ ਪਤਾ ਲੱਗਣੀ ਜੀ, ਤਾਕਤ ਤਾਂ ਬਟਨ ਦੱਬਿਆਂ ਤੇ ਪਤਾ ਲੱਗਣੀ, ਕਿੰਨੇ ਬਟਨ ਦਬਾਏ। ਬਿਲਕੁਲ, ਉਹ ਤਾਂ ਹੁਣ ਜਿੰਨੇ ਬਟਨ ਦੱਬੇ ਗਏ ਉਹ ਇਲੈਕਸ਼ਨ ਕਮਿਸ਼ਨ ਆਫ ਇੰਡੀਆ
ਉਹ ਉਹਨਾਂ ਨੂੰ ਆਪਣੀ ਸਾਈਟ ਤੇ ਪਾ ਦਿੰਦਾ ਆ ਡਾਟਾ, ਅਸੈਂਬਲੀ ਵਾਈ ਜੋੜ ਕੇ ਪੂਰੇ ਸਟੇਟ ਦਾ ਵੀ ਪਾ ਦਿੰਦਾ। ਤਾਂ ਆਮ ਆਦਮੀ ਪਾਰਟੀ ਨੂੰ 21% ਵੋਟ ਲਗਭਗ 2017 ਚ ਪਏ, 2019 ਚ ਉਹਨਾਂ ਨੂੰ 7% ਦੇ ਲਗਭਗ ਪਏ, 7.63%। ਇਹਦਾ ਮਤਲਬ ਆਧਾਰ ਅਕਾਲੀ ਦਲ ਨੇ ਬਣਾਇਆ, ਆਮ ਆਦਮੀ ਪਾਰਟੀ ਦਾ ਜ਼ੀਰੋ ਵੱਲ ਨੂੰ ਤੁਰਿਆ ਆ। ਹੁਣ ਆਮ ਆਦਮੀ ਪਾਰਟੀ ਇਸ ਵਾਰ ਕਹਿ ਰਹੀ ਹੈ ਕਿ ਅਸੀਂ ਇਸ ਵਾਰ ਸਰਕਾਰ ਬਣਾਵਾਂਗੇ, ਇੱਕ ਮੌਕਾ ਕੇਜਰੀਵਾਲ ਨੂੰ, ਜਾਂ ਇਹ ਕਿਹਾ ਜਾ ਰਿਹਾ ਕਿ ਭਗਵੰਤ ਮਾਨ ਦੀ ਅਗਵਾਈ ਦੇ ਵਿੱਚ ਇਸ ਵਾਰ ਸਾਡੀ ਸਰਕਾਰ ਬਣੇਗੀ। ਜਦੋਂ ਅਸੀਂ ਆਮ ਆਦਮੀ ਪਾਰਟੀ ਦਾ ਦੇਖਦੇ ਹਾਂ ਤਾਂ ਉਹ ਤਾਂ 17 ਦੇ ਵਿੱਚ ਵੀ ਕਹਿੰਦੇ ਸੀਗੇ ਸੀ ਵੋਟਰ ਸਰਵੇ ਆਇਆ 100 ਕੇ ਪਾਰ ਜਾਏਂਗੇ। ਇਹਨਾਂ ਨੇ 1 ਲੱਖ ਪੋਸਟਰ ਬਣਾ ਕੇ 10,000 ਪਿੰਡਾਂ ਦੀ ਹਰ ਕੰਧ ਤੇ ਲਾਤਾ ਸੀ। ਔਰ ਉਸ ਸਮੇਂ ਆਮ ਆਦਮੀ ਪਾਰਟੀ ਝਾੜੂ ਵਾਲਿਆਂ ਦੀ ਪੰਜਾਬ ਦੀ ਧਰਤੀ ਤੇ ਬੇਵ ਨਜ਼ਰ ਆਉਂਦੀ ਸੀ। ਝੁੰਡਾਂ ਦੇ ਝੁੰਡ ਚਿੱਟੀਆਂ ਟੋਪੀਆਂ ਲੈ ਕੇ ਚਿੱਟੇ ਝੰਡੇ ਫਹਿਰਾਉਂਦੇ ਸੀ, ਜਿੱਥੇ ਜਾਓ ਚੌਂਕ 'ਚ ਖੜ ਕੇ ਆਏ। ਔਰ ਉਹ ਦਰਦੀ ਲੋਕ ਸੀ ਪੰਜਾਬ ਦੇ। ਆਮ ਆਦਮੀ ਪਾਰਟੀ ਨੇ ਨਾਰਾ ਲਾਇਆ ਇਨਕਲਾਬ ਜਿੰਦਾਬਾਦ, ਪੀਲੀਆਂ ਪੱਗਾਂ ਭਗਤ ਸਿੰਘ ਵਾਂਗੂ ਲੜ ਛੱਡ ਕੇ ਬੰਨ ਲਈਆਂ। ਉਹ ਤਾਂ ਬਾਅਦ 'ਚ ਪਤਾ ਲੱਗਿਆ ਕਿ ਇਹਨਾਂ ਦੀਆਂ ਕਰਤੂਤਾਂ ਤਾਂ ਇਹ ਸੀ ਕਿ ਨਾਲ ਬੈਠਾ ਮੈਂਬਰ ਪਾਰਲੀਮੈਂਟ ਸਰਦਾਰ ਹਰਜਿੰਦਰ ਸਿੰਘ ਖਾਲਸੇ ਵਰਗਾ ਸਪੀਕਰ ਨੂੰ ਚਿੱਠੀ ਪਾਉਂਦਾ ਕਿ ਜਿਹੜਾ ਪੀਲੀ ਪੱਗ ਭਗਤ ਸਿੰਘ ਵਰਗੀ ਬਣ ਕੇ ਬੈਠਾ ਇਨਕਲਾਬ ਜਿੰਦਾਬਾਦ ਸਭ ਤੋਂ ਵੱਧ ਇਹ ਕਰਦਾ, ਪਤੀਲੇ ਸਭ ਤੋਂ ਵੱਧ ਇਹ ਮਾਂਜਦਾ ਆ, ਇਹਨੂੰ ਕਿਰਪਾ ਕਰਕੇ ਮੇਰੇ ਕੋਲੋਂ ਉਠਾ ਲਓ। ਇਹ ਰਸ ਭਰੀ ਦਿਨੇ ਹੀ ਲਾ ਕੇ ਆ ਜਾਂਦਾ ਆ, ਇਹ ਸੰਗਤਰਾ ਦਿਨੇ ਹੀ ਪੀ ਕੇ ਆ ਜਾਂਦਾ ਆ। ਔਰ ਆਮ ਆਦਮੀ ਪਾਰਟੀ ਦਾ ਜਿਹੜਾ ਉਸ ਵੇਲੇ ਹਵਾ ਸੀ ਉਹ ਪੰਜਾਬ 'ਚ ਵੀ ਸੀ, ਦੇਸ਼ 'ਚ ਵੀ ਸੀ, ਵਿਦੇਸ਼ 'ਚ ਵੀ ਸੀ। ਅਤੇ ਵਿਦੇਸ਼ਾਂ 'ਚੋਂ ਵੀ ਬੱਚੇ ਫੋਨ ਕਰਦੇ ਸੀ, ਬੀਬੀ ਜੀ ਪਾਪਾ ਜੀ ਵੋਟ ਝਾੜੂ ਨੂੰ ਪਾਉਣੀ। ਬੀਬੀ ਪਾਪਾ ਇੱਧਰ ਕਹਿੰਦਾ ਸੀ ਅਸੀਂ ਵੋਟ ਪੰਥ ਨੂੰ ਪਾਉਣੇ ਆ, ਅਸੀਂ ਵੋਟ ਹਾਥੀ ਨੂੰ ਪਾਉਣੇ ਆ। ਉਹ ਕਹਿੰਦੇ ਸੀ ਬੀਬੀ ਪਾਪਾ ਅਸੀਂ ਮੁੜ ਕੇ ਨਹੀਂ ਆਉਣਾ ਜੇ ਤੁਸੀਂ ਵੋਟ ਐਤਕੀ ਝਾੜੂ ਨੂੰ ਨਾ ਪਾਈ, ਫੋਟੋ ਵੀ ਖਿੱਚ ਕੇ ਭੇਜਿਓ। ਉਹ ਨਿਆਣਿਆਂ ਨੇ ਬੀਬੀ ਪਾਪੇ ਫਸਾ ਲਏ ਔਰ 21% 23% ਵੋਟਾਂ ਕੱਢ ਗਈ ਝਾੜੂ ਵਾਲੀ ਪਾਰਟੀ। ਅੱਜ ਉਹੀ ਜਿਹੜਾ ਕਰੰਟ ਆ ਜਿਹੜਾ ਜ਼ਮੀਨ ਦੇ ਉੱਪਰ ਸੀ ਉਹ ਨਜ਼ਰ ਨਹੀਂ ਆਉਂਦਾ। ਝੁੰਡਾਂ ਦੇ ਝੁੰਡ ਚਿੱਟੀਆਂ ਟੋਪੀਆਂ ਵਾਲੇ ਉਹ ਕਿਤੇ ਨਜ਼ਰ ਨਹੀਂ ਆਉਂਦੇ। ਚੌਂਕਾਂ 'ਚ ਚਿੱਟਾ ਝੰਡਾ ਇਹਨਾਂ ਦਾ ਗੁੰਮਰਾਹ ਕਰਨ ਵਾਲਾ ਉਹ ਕਿਤੇ ਨਜ਼ਰ ਨਹੀਂ ਆਉਂਦਾ। ਅੱਜ ਇਹਨਾਂ ਦੀ ਇਨਕਲਾਬ ਜਿੰਦਾਬਾਦ ਵੀ ਭਾਂਡੇ 'ਚ ਬੜੀ ਪਈ ਹੈ, ਕਿਉਂਕਿ ਇਹਨਾਂ ਨੇ ਇਨਕਲਾਬ ਜਿੰਦਾਬਾਦ ਤਾਂ ਸਾਡੇ ਸ਼ਹੀਦਾਂ ਦਾ ਦਿੱਤਾ ਪਵਿੱਤਰ ਨਾਅਰਾ ਸੀ, ਸਾਡੇ ਦੇਸ਼ ਦੇ ਮਹਾਨ ਸ਼ਹੀਦਾਂ ਦਾ। ਇਹਨਾਂ ਨੇ ਉਸ ਨਾਅਰੇ ਦਾ ਵੀ ਇਹਨਾਂ ਨੇ ਜਲੂਸ ਕੱਢਣ ਦੀ ਇਹਨਾਂ ਨੇ ਤਾਂ ਪੰਜਾਬ ਦਾ ਵੀ ਜਲੂਸ ਕੱਢਣ ਦੀ ਕੋਸ਼ਿਸ਼ ਕੀਤੀ। ਇਹਨਾਂ ਨੇ ਪੰਜਾਬ ਬਾਰੇ ਪ੍ਰਚਾਰ ਕੀਤਾ, ਇੱਥੇ ਚਿੱਟਾ, ਇੱਥੇ ਨਸ਼ਾ, ਇੱਥੇ ਨਸ਼ੇੜੀ, ਇੱਥੇ ਸਾਰੇ ਨਸ਼ਾ ਪੀਂਦੇ, ਉੜਦਾ ਪੰਜਾਬ ਬਣਾ ਦਿੱਤਾ। ਔਰ ਉੜਦਾ ਪੰਜਾਬ ਬਣਾ ਕੇ ਜੋ ਕੇਜਰੀਵਾਲ ਸਾਹਿਬ ਬੋਲਦਾ ਸੀ, ਬਾਅਦ ਦੇ ਵਿੱਚ ਉਹ ਮਾਫੀਆ ਮੰਗ ਕੇ ਛੁੱਟਿਆ। ਹਲਫੀਆ ਸੁਗੰਧ ਪੱਤਰ ਦਿੱਤੇ, ਐਫੀਡੈਵਿਟ ਦਿੱਤੇ, ਹਲਫੀਆ ਬਿਆਨ ਦਿੱਤੇ ਕਿ ਮੈਂ ਮਾਫੀ ਮੰਗਦਾ ਹਾਂ ਪੰਜਾਬ ਬਾਰੇ, ਚਿੱਟਾ ਵਿਕਦਾ, ਚਿੱਟਾ ਵੇਚਦਾ ਵਪਾਰੀ ਕਿਹੜਾ ਆ ਉਹ ਮੈਂ ਸਾਰਾ ਹੀ ਝੂਠ ਬੋਲਿਆ, ਗਲਤ ਬੋਲਿਆ, ਲੋਕਾਂ ਨੂੰ ਗੁੰਮਰਾਹ ਕੀਤਾ। ਔਰ ਆਮ ਆਦਮੀ ਪਾਰਟੀ ਦਾ ਅੱਜ ਪੁੱਛੋ ਕਿੱਥੇ ਆ, ਕਹਿੰਦੇ ਅੰਡਰ ਕਰੰਟ ਆ। ਬਈ ਅੰਡਰ ਕਰੰਟ ਬਾਹਰ ਕਦੋਂ ਨਿਕਲਣਾ? ਕਹਿੰਦੇ ਵੋਟਾਂ ਵਾਲੇ ਦਿਨ ਨਿਕਲਣਾ। ਪੰਜਾਬ ਅੱਜ ਤਾਂ ਬੀਬੀ ਭਾਪੇ ਨੂੰ ਫੋਨ ਵੀ ਬੱਚੇ ਬਾਹਰੋਂ ਨਹੀਂ ਕਰਦੇ, ਹੁਣ ਤਾਂ ਉਹ ਮਾਫੀਆਂ ਮੰਗਦੇ ਆ ਜਿਨ੍ਹਾਂ ਨੇ ਫੋਨ ਕੀਤੇ ਸੀ ਕਿ ਬੀਬੀ ਪਾਪਾ ਐਤਕੀ ਵੋਟ ਪੰਥ ਨੂੰ ਪਾ ਦਿਓ, ਐਤਕੀ ਹਾਥੀ ਨੂੰ ਪਾ ਦਿਓ, ਔਰ ਐਤਕੀ ਕਿਤੇ ਝਾੜੂ ਨਾ ਚੱਕ ਲਿਓ। ਹੁਣ ਤਾਂ ਉੱਧਰੋਂ ਵੀ ਰੋਕਦੇ ਆ, ਕਿਉਂਕਿ ਇਹਨਾਂ ਨੇ ਜਿੰਨਾ ਝੂਠ ਬੋਲਿਆ ਸੀ ਅਸੀਂ ਸ਼ੀਲਾ ਦੀਕਸ਼ਿਤ ਅੰਦਰ ਕਰਾਂਗੇ ਦਿੱਲੀ ਝੂਠ। ਇਹ ਮੁੱਖ ਮੰਤਰੀ ਕਹਿੰਦਾ ਸੀ ਮੈਂ ਸਰਕਾਰੀ ਗੱਡੀ ਨਹੀਂ ਲਵਾਂਗਾ, ਝੂਠ। ਮੈਂ ਬੰਗਲਾ ਨਹੀਂ ਲਵਾਂਗਾ, ਇਹ ਵੀ ਝੂਠ। ਮੈਂ ਸਿਕਿਉਰਿਟੀ ਨਹੀਂ ਲਵਾਂਗਾ, ਇਹ ਵੀ ਝੂਠ। ਭਗਵੰਤ ਮਾਨ ਜੀ ਕਹਿੰਦੇ ਸੀ ਮੈਂ ਮਾਂ ਦੀ ਸਿਰ ਤੇ ਹੱਥ ਰੱਖ ਕੇ ਸਹੁੰ ਖਾਨਾ, ਮੈਂ ਅੱਜ ਤੋਂ ਬਾਅਦ ਸੰਗਤਰਾ ਨਹੀਂ ਪੀਊਂਗਾ, ਮੈਂ ਰਸ ਭਰੀ ਨੂੰ ਪੀਆਂਗਾ, ਇਹ ਵੀ ਝੂਠ। ਮਤਲਬ ਝੂਠ ਤੇ ਝੂਠ, ਇੰਨਾ ਝੂਠ। ਉਸ ਝੂਠ ਦੇ ਜਿੱਥੇ 4 ਮੈਂਬਰ ਪਾਰਲੀਮੈਂਟ 3 ਉੱਡ ਗਏ, ਮਿੱਤਰਾਂ ਦੀ ਛਤਰੀ ਤੋੜ ਗਈ, ਅੰਬਰਾਂ ਤੇ ਲਾਂਦੀਆਂ ਡਾਰੀਆਂ। ਉਹ ਅੰਬਰਾਂ 'ਚ ਕੋਈ ਕਬੂਤਰ ਇਹਨਾਂ ਦਾ ਉੱਡ ਕੇ ਕਾਂਗਰਸ ਦੀ ਛਤਰੀ ਤੇ ਬਹਿ ਗਿਆ, ਕੋਈ ਅਕਾਲੀਆਂ ਦੇ। ਫਿਰ ਇਹਨਾਂ ਦੇ 20 ਜਿੱਤੇ, 20 ਚੋਂ 12 ਉੱਡ ਗਏ। ਉੱਥੇ ਫਿਰ ਬੱਬੂ ਮਾਨ ਦਾ ਗੀਤ ਆਮ ਆਦਮੀ ਪਾਰਟੀ 'ਚ ਪੂਰੇ ਜ਼ੋਰ ਨਾਲ ਵੱਜ ਰਿਹਾ ਕਿ ਮਿੱਤਰਾਂ ਦੀ ਛਤਰੀ ਤੋੜ ਗਈ। ਔਰ ਇੱਕ ਐਮਐਲਏ ਤਾਂ ਇਹਨਾਂ ਦਾ ਇੰਨਾ ਕਾਲਾ ਸੀਗਾ ਉਹ ਵਿਧਾਨ ਸਭਾ 'ਚ ਜੁਆਇਨ ਕਰ ਗਿਆ। ਦੇਖੋ ਆਜ਼ਾਦੀ ਦੇ 74 ਸਾਲਾਂ 'ਚ ਕਿੰਨਾ ਮਾੜਾ ਹਾਲ ਚੱਲ ਰਿਹਾ। ਔਰ ਜਿਹੜੇ 8 ਕਬੂਤਰ ਬਚੇ ਵੀ ਉਹ ਵੀ ਇਹਨਾਂ ਨੂੰ ਜਾਰੀ ਕਰਨੀ ਪਈਆਂ ਟਿਕਟਾਂ ਉਹਨਾਂ ਦੇ ਨਾਂ 'ਤੇ ਤਾਂ ਬਚੇ। ਇਸ ਕਰਕੇ ਜਿਹੜਾ ਆਮ ਆਦਮੀ ਪਾਰਟੀ ਦਾ ਗੁੰਮਰਾਹਕੁਨ ਪ੍ਰਚਾਰ ਸੀ ਇਹ ਤਾਂ ਪੰਜਾਬ ਨੂੰ ਡੈਮੇਜ ਕਰਨ ਆਏ ਨੇ, ਪੰਜਾਬ ਦੇ ਚਰਿੱਤਰਵਾਨ ਲੋਕਾਂ ਨੂੰ ਡੈਮੇਜ ਕਰਨ ਆਏ ਨੇ ਕਿ ਕੱਲ੍ਹ ਨੂੰ ਜਦੋਂ ਪੰਜਾਬ 'ਤੇ ਭਾਰੀ ਪਵੇ
ਤਾਂ ਪੰਜਾਬ ਦੇ ਚਿਹਰੇ ਇੰਨੇ ਦਾਗੀ ਹੋ ਜਾਣ ਕਿ ਪੰਜਾਬ ਨੂੰ ਬਚਾਉਣ ਲਈ ਖੜੇ ਨਾ ਹੋ ਸਕਣ। ਤੁਸੀਂ ਕਹਿੰਦੇ ਹੋ ਕਿ ਇਹ ਆਖਰੀ ਪੰਜਾਬ ਗੱਲ ਨੂੰ ਕਰਨੀ। ਡੁਬੋਣ ਆਏ ਹੈ, ਆਖਰੀ ਗੱਲ। ਪਰ ਲਗਾਤਾਰ ਆਮ ਆਦਮੀ ਪਾਰਟੀ ਪਿਛਲੇ ਸਮੇਂ ਤੋਂ ਕਹਿ ਰਹੀ ਹੈ ਕਿ ਪੰਜਾਬ ਨੂੰ ਡੁਬੋਇਆ ਅਕਾਲੀ ਦਲ ਨੇ, ਆਖਰੀ ਪੰਜਾਬ ਗੱਲ। ਨੂੰ ਡੁਬੋਇਆ ਕਾਂਗਰਸ ਨੇ, ਅਸੀਂ ਤਾਂ ਹੁਣ ਦਿੱਲੀ ਮਾਡਲ ਪੰਜਾਬ ਦੇ ਵਿੱਚ ਲਾਗੂ ਆਖਰੀ ਕਰ ਗੱਲ ਰਹੇ ਹਾਂ। ਇਸ ਲੜੀ ਦੀ ਇਹਨਾਂ ਕੋਲ ਚਿਹਰਾ ਸੀਗਾ, ਇਹ ਜਿਹੜਾ ਹੁਣ ਈਡੀ ਵਾਲੀ ਜੇਲ੍ਹ ਕੱਟ ਕੇ ਆਇਆ MLA, ਉਹ ਚੰਗਾ ਬੋਲ ਲੈਂਦਾ ਸੀ ਪੰਜਾਬ ਬਾਰੇ, ਅੱਜ ਲੋਕੀ ਉੱਤੇ ਵੀ ਭਰੋਸਾ ਨਹੀਂ ਕਰਦੇ। ਇਹਨਾਂ ਨੇ ਲੁਧਿਆਣੇ ਵਾਲੇ ਚੱਕ ਲਏ, ਉਹ ਵੀ ਕੇਸਾਂ ਕੂਸਾਂ 'ਚ ਫਸੇ ਹੋ, ਅੱਜ ਉਹ ਵੀ ਵਿਚਾਰੇ ਫੇਸ ਡੈਮੇਜ ਹੋ ਗਿਆ। ਇਹਨਾਂ ਨੇ ਪਟਿਆਲੇ ਵਾਲਾ ਗਾਂਧੀ ਚੱਕ ਲਿਆ, ਡਾਕਟਰ ਸਾਹਿਬ ਕਿੰਨਾ ਅੱਛਾ ਚਿਹਰਾ ਸੀ, ਉਹ ਵੀ ਇਹਨਾਂ ਨੇ ਜ਼ੀਰੋ ਕਰਕੇ ਰੱਖਤਾ। ਇਹਨਾਂ ਨੇ ਮੋਹਾਲੀ ਤੋਂ ਉਹ ਜਰਨਲਿਸਟ ਸੀ, ਸਾਰੀ ਦੁਨੀਆ ਉਹਨਾਂ ਨੂੰ ਸੁਣਦੀ ਸੀ, ਮੈਨੂੰ ਨਾਂ ਨਹੀਂ ਯਾਦ ਆਉਂਦਾ, ਕੰਵਰ ਸੰਧੂ ਦੀ ਗੱਲ ਕਰ ਸ਼੍ਰੀ ਕੰਵਰ ਸੰਧੂ ਜੀ, ਉਹ ਜ਼ੀਰੋ ਕਰਕੇ ਰੱਖਤਾ। ਇਹਨਾਂ ਨੇ ਲੁਧਿਆਣੇ ਤੋਂ ਫੂਲਕਾ ਸਾਹਿਬ ਨੂੰ ਚੱਕ ਲਿਆ, ਪੂਰੀ ਸਿੱਖ ਕੌਮ, ਪੂਰਾ ਸਿੱਖ ਜਗਤ ਦੇਸ਼ ਵਿਦੇਸ਼ ਦਾ ਉਹਨਾਂ ਦਾ ਸਤਿਕਾਰ ਕਰਦਾ ਸੀ, ਇਹਨਾਂ ਨੇ ਉਹ ਵੀ ਡੈਮੇਜ ਕਰਕੇ ਸੁੱਟਤਾ। ਇਹਨਾਂ ਨੇ ਚਿਹਰਾ ਛੱਡਿਆ ਕਿਹੜਾ, ਹਰਿੰਦਰ ਖਾਲਸਾ ਜੀ ਦਾ ਨਾਂ ਬੋਲਦਾ ਹੁੰਦਾ ਸੀ, ਅੱਜ ਉਹ ਡੈਮੇਜ ਕਰਕੇ ਸੁੱਟ ਦਿੱਤਾ। ਮਾਨਯੋਗ ਸੁੱਚਾ ਸਿੰਘ ਛੋਟੇ ਪਰ ਸੀ, ਇਹਨਾਂ ਨੇ ਐਦਾਂ ਦਾ ਚਟਿਆ ਦਰਖਤ, ਉਹ ਵਿਚਾਰਾ ਮੁੜ ਕੇ ਹਰਾ ਹੋਣ ਲਈ ਭਾਲਣ ਲੱਗਿਆ ਆ। ਅੱਜ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦਾ ਇੱਕੋ ਹੀ ਇੱਕ ਨਿਸ਼ਾਨਾ ਆ ਕਿ ਪੰਜਾਬ ਦੇ ਸਾਰੇ ਹੀ ਚਿਹਰੇ ਜਿਹੜੇ ਪੰਜਾਬ ਲਈ ਖੜ ਸਕਦੇ ਆ, ਲੜ ਸਕਦੇ ਆ, ਉਹਨਾਂ ਨੂੰ ਝਾੜੂ ਤੇ ਚਾੜ ਕੇ ਤੇ ਕੂੜੇ ਵਾਲੇ ਢੇਰ ਤੇ ਸੁੱਟ ਦਿੱਤਾ ਜਾਵੇ। ਔਰ ਉਹ ਨੀਤੀ ਉਹਨਾਂ ਦੀ ਬੜੀ ਕਾਮਯਾਬ ਰਹੀ ਆ। ਆਉਣੇ ਵਾਲੇ ਸਮੇਂ 'ਚ ਪੰਜਾਬ ਲਈ ਲੜਨ ਮਰਨ ਵਾਲੇ ਲੋਕ ਇਹ ਝਾੜੂ ਤੇ ਚੜ ਕੇ, ਔਰ ਝਾੜੂ ਉਹਨਾਂ ਨੂੰ ਜਿਸ ਤਰੀਕੇ ਦੇ ਨਾਲ ਬਰਬਾਦ ਕਰ ਰਿਹਾ ਚਰਿੱਤਰ ਨੂੰ, ਉਹ ਖਤਰਨਾਕ ਹੈ। ਪੰਜਾਬੀਆਂ ਨੂੰ ਇਹ ਤੋਂ ਬਚਣਾ ਚਾਹੀਦਾ। ਕਹਿੰਦੇ ਨੇ ਕਿ ਬਾਬਾ ਕਾਂਸ਼ੀ ਰਾਮ ਕਹਿੰਦੇ ਸਨ ਕਿ ਗੁਰੂ ਗ੍ਰੰਥ ਸਾਹਿਬ ਹੀ ਮੈਨੀਫੈਸਟੋ ਹੈ, ਉਸ ਤੋਂ ਵੱਡੀ ਵਿਚਾਰਧਾਰਾ ਹੋਰ ਸ਼ਾਇਦ ਕਿਤੇ ਨਹੀਂ ਹੋ ਸਕਦੀ, ਤੇ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਹਾਂ। ਪੰਜਾਬ ਦੇ ਵਿੱਚ ਉਸੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ, ਇਨਸਾਫ ਨਹੀਂ ਮਿਲਿਆ, ਤੇ ਤੁਸੀਂ ਉਸੇ ਅਕਾਲੀ ਦਲ ਦੇ ਨਾਲ ਸਮਝੌਤਾ ਕੀਤਾ ਜਿਸ ਅਕਾਲੀ ਦਲ ਦੇ ਸਮੇਂ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਨਹੀਂ ਹੋਈਆਂ। ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਜੇ ਕੋਈ ਕਮੀ ਰਹੀ, ਲੋਕਾਂ ਨੇ ਉਹਨਾਂ ਨੂੰ ਸਜ਼ਾ ਦਿੱਤੀ ਇੱਕ ਤਰ੍ਹਾਂ ਨਾਲ। 2017 'ਚ ਸੱਤਾ 'ਚੋਂ ਬਾਹਰ ਕੱਢਿਆ। ਉਹ ਸੱਚੇ ਸੀ ਅਕਾਲੀ ਦਲ ਵਾਲੇ, ਝੂਠੇ ਸੀ ਅਕਾਲੀ ਦਲ ਵਾਲੇ, ਇਹ ਤਾਂ ਵਿਸ਼ਾ ਜਿਹੜਾ ਕੋਰਟਾਂ ਦੇ ਵਿੱਚ ਵਾ, ਉਹਦੇ ਤੇ ਮੈਂ ਕੋਈ ਟਿੱਪਣੀ ਨਹੀਂ ਕਰਨੀ ਚਾਹੁੰਦਾ। ਕੋਰਟ ਜੋ ਫੈਸਲਾ ਦੇਵੇਗੀ ਉਹਦਾ ਅਸੀਂ ਸਨਮਾਨ ਕਰਾਂਗੇ। ਪਰ ਸਾਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਆ ਕਿ ਬਾਦਲ ਪਰਿਵਾਰ ਸਾਰੇ ਨੇ ਸ਼੍ਰੀ ਦਰਬਾਰ ਸਾਹਿਬ ਨਤਮਸਤਕ ਹੋ ਕੇ ਗੱਲ ਕਹੀ ਕਿ ਜੇ ਬੇਅਦਬੀ ਕਾਂਡ ਦੇ ਵਿੱਚ ਅਸੀਂ ਦੋਸ਼ੀ ਆ ਤਾਂ ਸਾਡਾ ਕੱਖ ਨਾ ਰਹੇ। ਮੈਨੂੰ ਲੱਗਦਾ ਕਿ ਇਸ ਤੋਂ ਪਰੇ ਕੋਈ ਵੀ ਮਨੁੱਖ ਆਪਣੇ ਪਰਿਵਾਰ ਬਾਰੇ, ਆਪਣੇ ਬੱਚਿਆਂ ਬਾਰੇ, ਆਪਣੀ ਪਤਨੀ ਬਾਰੇ, ਆਪਣੀ ਭੈਣ ਬਾਰੇ, ਆਪਣੇ ਬਾਪ ਬਾਰੇ ਆਪਣੀ ਕੋਈ ਕਹਿ ਨਹੀਂ ਸਕਦਾ, ਕਿਉਂਕਿ ਪਰਿਵਾਰ 'ਚ ਸਾਰੇ ਜੀ ਆਉਂਦੇ ਆ। ਪਰ ਇੱਥੇ ਜਿਹੜੇ ਵਿਰੋਧੀ ਧਿਰਾਂ ਨਾ, ਉਹ ਨਾਲ ਇਹ ਵੀ ਸਵਾਲ ਜੋੜਦੀਆਂ ਨੇ, ਕਹਿੰਦੇ ਨੇ ਕਿ ਇਹ ਤਾਂ ਗੱਲ ਠੀਕ ਹੈ ਕਿ ਉਹਨਾਂ ਨੇ ਇਹ ਕਹਿਤਾ ਜੇਕਰ ਅਸੀਂ ਬੇਅਦਬੀ ਕਰਵਾਈ ਹੈ ਜਾਂ ਕੋਈ ਰਾਜਨੀਤੀ ਕਰੇ ਉਸ ਦਾ ਕੱਖ ਨਾ ਰਹੇ। ਕਹਿੰਦੇ ਨਾਲ ਇਹ ਵੀ ਕਹਿ ਦੇਣ ਕਿ ਜਿਨ੍ਹਾਂ ਦੇ ਰਾਜ ਦੇ ਵਿੱਚ ਬੇਅਦਬੀ ਕਰਨ ਵਾਲਿਆਂ ਨੂੰ ਸਜ਼ਾਵਾਂ ਨਹੀਂ ਮਿਲੀਆਂ ਉਸ ਦਾ ਕੱਖ ਨਾ ਰਹੇ। ਦੇਖੋ, ਮੈਂ ਫੇਰ ਬੇਨਤੀ ਕਰਦਾ ਜੀ, ਇਹ ਮਾਮਲਾ ਤਾਂ ਉਸ ਦਿਨ ਜਿਹੜਾ ਹੈਗਾ ਪੰਜਾਬੀਆਂ ਨੂੰ ਇਹ ਸਮਝ ਲੈਣਾ ਚਾਹੀਦਾ। ਇੱਥੇ ਸਾਰੀਆਂ ਗੱਲਾਂ ਆ ਗਈਆਂ ਜੀ ਵੀ ਜੇ ਅਸੀਂ ਦੋਸ਼ੀ ਹਾਂ ਇਸ ਮਾਮਲੇ 'ਚ ਸਾਡਾ ਕੱਖ ਨਾ ਰਹੇ, ਨਹੀਂ ਤਾਂ ਰਾਜਨੀਤੀ ਕਰਨ ਵਾਲਿਆਂ ਦਾ ਕੱਖ ਨਾ ਰਹੇ। ਅੱਛਾ, ਹੁਣ ਰਾਜਨੀਤੀ ਕਰ ਰਿਹਾ ਸੀ ਕੈਪਟਨ, ਰਾਜਨੀਤੀ ਕਰ ਰਿਹਾ ਸੀ ਜਾਖੜ, ਰਾਜਨੀਤੀ ਕਰ ਰਿਹਾ ਸੀ ਇਸ ਮੁੱਦੇ ਤੇ ਸਿੱਧੂ, ਰਾਜਨੀਤੀ ਕਰ ਰਿਹਾ ਸੀ ਇਸ ਮੁੱਦੇ ਦੇ ਉੱਤੇ ਰੰਧਾਵੇ, ਸਾਰੇ ਕਰ ਰਹੇ ਸੀ। ਔਰ ਅੱਜ ਅਸੀਂ ਦੇਖ ਰਹੇ ਹਾਂ ਉਹਨਾਂ ਸਾਰਿਆਂ ਦਾ ਹੀ ਇੱਕ ਇੱਕ ਕਰਕੇ ਮੈਨੂੰ ਲੱਗਦਾ ਕੱਖ ਵੀ ਨਹੀਂ ਬਚਣਾ ਹੈਗਾ। ਹਲੇ ਕੱਖ ਤਾਂ ਹੈਗਾ, ਹਲੇ 10 ਮਾਰਚ ਦੀ ਗਿਣਤੀ ਤੱਕ ਤਾਂ ਕੱਖ ਪੱਲੇ ਹੈਗਾ ਇਹਨਾਂ ਦੇ, ਔਰ ਮੈਨੂੰ ਲੱਗਦਾ 10 ਮਾਰਚ ਦੀ ਗਿਣਤੀ ਤੱਕ ਕੱਖ ਵੀ ਪੱਲੇ ਨਹੀਂ ਰਹਿਣਾ। ਨਵਜੋਤ ਸਿੰਘ ਸਿੱਧੂ ਤੇ ਬਿਕਰਮ ਮਜੀਠੀਆ ਆਮੋ ਸਾਹਮਣੇ ਨੇ ਮੈਦਾਨ ਦੇ ਵਿੱਚ, ਕੀ ਲੱਗਦਾ ਹੈ? ਬਿਕਰਮ ਮਜੀਠੀਆ ਵੀ ਘਿਰੇ ਹੋਏ ਨੇ ਨਸ਼ਾ ਤਸਕਰੀ ਦੇ ਮਾਮਲੇ ਦੇ ਵਿੱਚ, ਕੁਝ ਸਮੇਂ ਦੇ ਲਈ ਉਹਨਾਂ ਨੂੰ ਰਾਹਤ ਮਿਲੀ ਹੈ। ਨਵਜੋਤ ਸਿੰਘ ਸਿੱਧੂ ਲਗਾਤਾਰ ਉਹਨਾਂ ਤੇ ਹਮਲੇ ਕਰ ਰਹੇ ਸੀ। ਤੁਹਾਨੂੰ ਕੀ ਲੱਗਦਾ ਹੁਣ ਨਵਜੋਤ ਸਿੰਘ ਸਿੱਧੂ ਝੰਡੀ ਕੱਢਣਗੇ ਜਾਂ ਫਿਰ ਮਜੀਠੀਆ ਜਿੱਤਣਗੇ? ਦੇਖੋ, ਜਿਹੜੇ ਆਰੋਪ, ਇੱਕ ਭੈਣ ਕਦੇ ਵੀ ਆਪਣੇ ਭਰਾ ਬਾਰੇ ਮਾੜਾ ਨਹੀਂ ਸੋਚਦੀ, ਭਲਾ ਭਰਾ ਸੋਧਾ ਹੀ ਗਲਤ ਹੋਵੇ। ਪਰ ਇੱਕ ਭੈਣ ਦਾ ਸ਼੍ਰੀ ਦਰਬਾਰ ਸਾਹਿਬ ਨਤਮਸਤਕ ਹੋ ਕੇ ਬੀਬਾ ਹਰਸਿਮਰਤ ਕੌਰ ਬਾਦਲ ਜੀ ਦਾ ਇਹ ਕਹਿਣਾ ਕਿ ਜੇ ਮੇਰਾ ਭਰਾ ਨਸ਼ੇ ਦਾ ਵਪਾਰੀ ਆ, ਨਸ਼ੇ ਦੇ ਵਪਾਰ 'ਚ ਦੋਸ਼ੀ ਆ, ਤਾਂ ਉਹਦਾ ਵੀ ਕੱਖ ਨਾ ਰਹੇ। ਔਰ ਕਹਿੰਦੀ ਜਿਹੜੇ ਮੇਰੇ ਭਰਾ ਦੇ ਨਾਂ 'ਤੇ ਗਲਤ ਰਾਜਨੀਤੀ ਕਰਦੇ ਉਹਦਾ ਵੀ ਕੱਖ ਨਾ ਰਹੇ। ਇਹ ਗੱਲ ਸਾਰੀ ਦੁਨੀਆ ਨੇ ਸੁਣੀ ਆ, ਬੜੀ ਮਾਰਮਿਕ ਗੱਲ ਹੈ, ਦਿਲ ਨੂੰ ਟੁੰਬਣ ਵਾਲੀ ਗੱਲ ਹੈ। ਜਿਹੜੀ ਭੈਣ ਹਰ ਸਾਲ ਰੱਖੜੀ ਬੰਨ੍ਹ ਕੇ, ਕਲਚਰ ਹੈ ਪੰਜਾਬ ਦਾ ਔਰ ਦੇਸ਼ ਦਾ, ਜਿਹੜੀ ਉਹ ਭੈਣ ਦੇ ਅੰਦਰੋਂ ਜਿਹੜੀ ਉਹ ਬਦਦੁਆ ਨਿਕਲੀ ਆ ਵੀ ਜੇ ਇਦਾਂ ਹੋ ਜਾਏ, ਕਦੇ ਕੋਈ ਭੈਣ ਬਦਦੁਆ ਨਹੀਂ ਕੱਢਦੀ। ਬੜਾ ਇਹ ਸੋਚਣ ਦਾ ਵਿਸ਼ਾ ਆ। ਜਿਹੜੀ ਗੱਲ ਤੁਸੀਂ ਸਿੱਧੂ ਦੀ ਯਾਰ
ਉਹਨਾਂ ਦੀ ਆਪਸੀ ਲੜਾਈ ਦੀ ਕਰਦੇ ਆ ਮਜੀਠੀਆ ਸਾਹਿਬ ਦੇ, ਤਾਂ ਉਹਦਾ ਜਿਹੜਾ ਉੱਤਰ ਵਾ ਡਾਕਟਰ ਨਵਜੋਤ ਕੌਰ ਸਿੱਧੂ ਨੇ ਦਿੱਤਾ ਕਿ ਜੇ ਕੱਲ੍ਹ ਨੂੰ ਸਾਡਾ ਬੋਰੀ ਬਿਸਤਰਾ ਗੋਲ ਹੋ ਗਿਆ ਅਸੀਂ ਮੁੜ ਕੇ ਟੀਕੇ ਲਾਉਣ ਲੱਗ ਪਵਾਂਗੇ, ਇਹ ਮੁੜ ਕੇ ਜਿਹੜਾ ਉੱਥੇ ਮਨੋਰੰਜਨ ਕਰਨ ਲਈ ਬੰਬੇ ਜਾ ਵੜੂ। ਤਾਂ ਇਸ ਕਰਕੇ ਮੈਨੂੰ ਇਦਾਂ ਲੱਗਦਾ ਜੇ ਘਰ ਦਾ ਜੀ ਅੱਧੀ ਜਿਹੜੀ ਘਰ ਦੀ ਔਰਤ ਹੈ ਜਿਹੜੀ ਰੋਟੀ ਖਾਂਦੀ ਵੀ ਪੁੱਛਦੇ ਸਰਦਾਰ ਜੀ ਪਾਣੀ ਲਿਆਵਾਂ, ਉਹ ਕਹਿੰਦਾ ਪਾਣੀ ਦੀ ਗੱਲ ਛੱਡ ਵੀ ਮਜੀਠੀਏ ਜਿੱਤ ਰਿਹਾ ਮੈਂ ਕਿਆ ਕਰਾਂ। ਫਿਰ ਜਦੋਂ ਸੌਣ ਲੱਗਦਾ ਸਰਦਾਰ ਜੀ ਸਰਾਣਾ ਲੈ ਲਓ, ਉਹ ਕਹਿੰਦਾ ਸਰਾਣਾ ਛੱਡ ਮਜੀਠੀਆ ਜਿੱਤ ਰਿਹਾ ਮੈਂ ਕਿਆ ਕਰਾਂ। ਤੇ ਉਹ ਬੀਬੀ ਨਵਜੋਤ ਕੌਰ ਸਿੱਧੂ ਨੂੰ 24 ਘੰਟੇ ਕੰਨਾਂ 'ਚ ਇਹੀ ਪੈ ਰਿਹਾ ਕਿ ਸਰਦਾਰ ਜੀ ਮੇਰੇ ਪਰੇਸ਼ਾਨ ਵਾ। ਤੇ ਉਹ ਬੀਬੀ ਤੇ ਕਹਿ ਹੋ ਗਿਆ ਕਿ ਜੇ ਸਾਡਾ ਬੋਰੀ ਬਿਸਤਰਾ ਗੋਲ ਹੋ ਗਿਆ ਤਾਂ ਮੈਂ ਡਾਕਟਰੀ ਕਰਨ ਟੀਕੇ ਲਾਉਣ ਲੱਗ ਪਊਂਗੀ। ਤੇ ਇਹ ਜਾ ਕੇ ਦਿੱਲੀ ਉੱਥੇ ਹੱਥ 'ਤੇ ਹੱਥ ਤਾੜੀ ਮਾਰ ਕੇ ਜਿਹੜਾ ਲੋਕਾਂ ਦਾ ਮਨੋਰੰਜਨ ਸਟੇਜ ਵਾਲਾ ਕਰਨ ਲੱਗ। ਚੰਨੀ ਜਦੋਂ ਦੇ ਮੁੱਖ ਮੰਤਰੀ ਬਣੇ ਨੇ, ਕਿ ਤੁਹਾਨੂੰ ਨਹੀਂ ਲੱਗਦਾ ਕਿ ਜਿਹੜੀ ਚਰਚਾਵਾਂ ਸਨ ਕਿ ਦਲਿਤ ਭਾਈਚਾਰੇ ਨੂੰ ਨਾਲ ਜੋੜਿਆ ਜਾਏ, ਦਲਿਤ ਚਿਹਰਾ ਅੱਗੇ ਲਿਆਂਦਾ ਜਾਏ, ਜਦੋਂ ਸੀਐਮ ਚੰਨੀ ਬਣੇ ਤਾਂ ਉਸ ਤੋਂ ਬਾਅਦ ਤੁਹਾਡਾ ਜਿਹੜਾ ਵੋਟ ਬੈਂਕ ਸੀ ਉਹ ਕਿਤੇ ਨਾ ਕਿਤੇ ਘਟਿਆ? ਕਾਂਗਰਸ ਨੇ ਚੰਨੀ ਸਾਹਿਬ ਨੂੰ ਮੁੱਖ ਮੰਤਰੀ ਬਣਾ ਕੇ ਸਾਡੀਆਂ ਵੋਟਾਂ ਵਧਾਈਆਂ ਹੀ ਆ। ਕਿਵੇਂ? ਹਾਂ, ਚੰਨੀ ਸਾਹਿਬ ਨੂੰ ਮੁੱਖ ਮੰਤਰੀ ਬਣਾਇਆ ਔਰ 111 ਦਿਨ ਉਹਨੂੰ ਲਿਲੜੀਆਂ ਕੱਢੀਆਂ ਦੁਆਬੇ 'ਚ ਆ ਕੇ। ਬਸਪਾ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਗੱਠਜੋੜ ਹੋਇਆ ਹਾਥੀ ਵੱਡਾ ਹੋ ਗਿਆ, ਆਲੇ ਦੁਆਲੇ ਕੰਧਾਂ ਤੇ ਵੀ ਦੇਖ ਲਓ ਤੁਸੀਂ, ਪੂਰੇ ਪੰਜਾਬ 'ਚ ਤੁਸੀਂ ਦੇਖ ਲਓ, ਪੰਜਾਬ ਦਾ ਕੋਈ ਪਿੰਡ ਐਦਾਂ ਦਾ ਨਹੀਂ ਅੱਜ ਜਿੱਥੇ ਹਾਥੀ ਨਹੀਂ ਛਪਿਆ ਆ। ਬਿਲਕੁਲ ਹਾਥੀ ਛਪਿਆ ਹੋਇਆ। ਪਰ ਜਿਹੜੀ ਸਾਹਿਬ ਇੱਕ ਮਿੰਟ ਮੈਂ ਰੋਕਦਾ ਇੱਥੇ ਨਾਲ, ਹਾਥੀ ਜ਼ਰੂਰ ਛਪਿਆ ਆ, ਇਸ ਦੇ ਵਿੱਚ ਕੋਈ ਸ਼ੱਕ ਨਹੀਂ ਕਿ ਜਦੋਂ ਦੀ ਤੁਸੀਂ ਪ੍ਰਧਾਨਗੀ ਸੰਭਾਲੀ ਹੈ ਪੰਜਾਬ ਦੇ ਵਿੱਚ ਬਸਪਾ ਦਾ ਆਧਾਰ ਵਧਿਆ ਹੈ। ਪਰ ਨਾਲ ਨਾਲ ਲੋਕ ਸਵਾਲ ਵੀ ਕਰਦੇ ਨੇ, ਕਹਿੰਦੇ ਨੇ ਕਿ ਪਹਿਲਾਂ ਵੀ ਅਕਾਲੀ ਦਲ ਨੇ ਬਸਪਾ ਨੂੰ ਛੱਡਤਾ ਸੀ 26 ਸਾਲ ਪਹਿਲਾਂ। ਆਪਾਂ ਚੰਨੀ ਵਾਲਾ ਕਰੀਏ ਨਾ ਜੀ, ਇੱਕ ਸਵਾਲ ਉਹ ਵੀ ਆਉਂਦੇ ਆ ਪਰ ਕੀ ਹੁਣ ਜਿਹੜਾ ਇਹ ਗੱਠਜੋੜ ਆ ਕਿੰਨਾ ਕੁ ਲੰਮਾ ਚੱਲੇਗਾ? ਜੇ ਅਕਾਲੀ ਦਲ ਵਾਪਸ ਬੀਜੇਪੀ ਚਲਾ ਜਾਂਦਾ ਹੈ ਤੇ ਫਿਰ ਬਸਪਾ ਕੀ ਕਰੇ? ਮੈਨੂੰ ਨਾਲ ਦੀ ਨਾਲ ਹਿਸਾਬ ਕਿਤਾਬ ਸਿੱਧਾ ਪੱਧਰਾ ਕਰਨ ਦੀ ਆਦਤ ਹੈ ਔਰ ਆਧਾਰ ਮੈਂ ਰੱਖਣਾ ਨਹੀਂ ਚਾਹੁੰਦਾ, ਕਿਉਂਕਿ ਚੰਨੀ ਸਾਹਿਬ ਨੂੰ ਲਾਉਣ ਨਾਲ ਬਸਪਾ ਦੀਆਂ ਸ਼੍ਰੋਮਣੀ ਅਕਾਲੀ ਦਲ ਦੀਆਂ ਵੋਟਾਂ ਵੱਡੀ ਪੱਧਰ 'ਚ ਵਧੀਆਂ। 111 ਦਿਨਾਂ 'ਚ ਮਾਨਯੋਗ ਚੰਨੀ ਸਾਹਿਬ ਨੇ ਮੁੱਖ ਮੰਤਰੀ ਬਣ ਕੇ ਕੀਤਾ ਕਿਆ ਆ? ਦੁਆਬੇ ਦੀ ਮੁੱਖ ਮੰਤਰੀਸ਼ਿਪ ਕੀਤੀ, ਬਾਹਰ ਤਾਂ ਨਿਕਲਿਆ ਕਿਤੇ ਨਹੀਂ। ਬਾਹਰ ਗਿਆ ਕਿੱਥੇ ਆ? 23 ਸੀਟਾਂ ਦੇ ਉੱਤੇ ਮੁੱਖ ਮੰਤਰੀ ਸਾਹਿਬ ਦੇ ਮੈਨੂੰ ਲੱਗਦਾ ਵੀ 23 ਗੇੜੇ ਆ, 4 ਤਾਂ ਮੇਰੇ ਫਗਵਾੜੇ ਦੇ ਆ, 4 ਮੇਰੇ ਫਗਵਾੜੇ ਦੇ ਆ, 3 ਆਦਮਪੁਰ ਦੇ ਆ, 7 ਤੇ ਬਾਕੀ ਦੇਖ ਲਓ 2 ਸੀਟਾਂ ਤੇ 7 ਤੇ ਬਾਕੀ ਕਿੰਨੇ? ਅੱਛਾ ਆਦਮਪੁਰ, 3 ਜਲੰਧਰ ਦੇ ਲਾ ਲਓ, 4 ਤੇ 7 ਤੇ 10 ਗੇੜੇ ਤਾਂ ਸਾਡੀਆਂ 2 ਸੀਟਾਂ ਦੇ ਆ। ਔਰ ਬਾਕੀ ਪੂਰੇ ਪੰਜਾਬ 'ਚ ਮੈਨੂੰ ਨਹੀਂ ਲੱਗਦਾ ਇਹ ਜਿਹੜਾ ਮਾਝਾ ਮਾਲਵਾ ਦਾ ਤੁਸੀਂ ਸਰਮੇਤ ਕਹਿੰਦਾ, ਮੀਡੀਆ ਬੰਧੂਆਂ ਨੂੰ ਮੇਰੀ ਬੇਨਤੀ ਆ ਵੀ ਉਹਨਾਂ ਨੂੰ ਸੀਟ ਵਾਈਜ਼ ਮੁੱਖ ਮੰਤਰੀ ਦੇ ਗੇੜੇ ਕੱਢ ਲੈਣੇ ਚਾਹੀਦੇ। ਜਿਹੜਾ ਕਹਿੰਦਾ ਇਹ ਪੁੱਛੀ ਜਾਂਦੇ ਆ ਵੀ ਇਹਦਾ ਕੀ ਕਰੀਏ ਔਰ ਇਹ ਸੌਂਦਾ ਕਦੋਂ ਆ, ਮੈਂ ਕਹਿੰਦਾ ਜੀ ਇਹ ਦੁਆਬੇ 'ਚੋਂ ਨਿਕਲਿਆ ਕਦੋਂ ਬਾਹਰ ਹੈ? ਹਾਥੀ ਇੰਨਾ ਡਰਾਉਂਦਾ ਸੀ, ਆਦਮਪੁਰ ਆ ਕੇ ਕਹਿੰਦਾ ਦੁਆਬੇ ਵਾਲਿਓ ਮੇਰੀ ਸਰਕਾਰ ਨੂੰ ਤੁਸੀਂ ਕਾਂਗਰਸ ਦੀ ਸਰਕਾਰ ਨੂੰ ਬਹੁਜਨ ਸਮਾਜ ਦੀ ਸਰਕਾਰ ਮੰਨੋ। ਮਤਲਬ ਇੰਨਾ ਬਹੁਜਨ ਸਮਾਜ ਪਾਰਟੀ ਤੋਂ ਡਰਿਆ ਆ ਔਰ ਜਿੱਥੇ ਜਾਂਦਾ ਸੀ ਗੜੀ ਦੇ ਖਿਲਾਫ ਬੋਲਦਾ ਰਿਹਾ। ਇੱਥੇ ਫਗਵਾੜੇ ਆ ਕੇ ਕਹਿ ਕੇ ਗਿਆ ਨਵੇਂ ਮੁੰਡੇ ਨੂੰ ਨਾ ਵੋਟਾਂ ਪਾ ਦਿਓ। ਮਤਲਬ ਇੰਨਾ ਹਾਥੀ ਕੋਲੋਂ ਡਰ ਰਿਹਾ, ਉੱਥੇ ਡੇਰਿਆਂ 'ਚ ਜਾ ਕੇ ਭੁੰਜੇ ਸੌਣ ਲੱਗ ਪਿਆ ਗੁਰੂ ਦਾਸ ਜੀ ਨੂੰ ਮੰਨਣ ਵਾਲੇ ਦੇ, ਵੀ ਸ਼ਾਇਦ ਭੁੰਜੇ ਸੌਣ ਨਾਲ ਹੀ ਇਹਨੂੰ ਵੋਟਾਂ ਮਿਲ ਜਾਣਗੀਆਂ, ਸਿਫਤੀ ਮਿਲ ਜਾਊਗੀ। ਨਹੀਂ, ਉਹ ਤਾਂ ਕਹਿੰਦੇ ਕਿ ਮੈਂ ਆਮ ਆਦਮੀ ਆ, ਆਮ ਆਦਮੀ ਦੀ ਤਰ੍ਹਾਂ ਰਹਿੰਦਾ, ਮੈਂ ਸਭ ਕੁਝ ਕਰ ਲੈਂਦਾ, ਆਮ ਆਦਮੀ ਦੀ ਤਰ੍ਹਾਂ ਰਹਿ ਕੇ ਦਿਖਾਇਆ। ਚੰਨੀ, ਹਨੀ ਤੇ ਮੰਨੀ, ਅੱਜ 3 ਚੀਜ਼ਾਂ ਬਰਾਬਰ ਲਿਖੀਆਂ, ਚੰਨੀ ਬਰਾਬਰ ਹਨੀ, ਹਨੀ ਬਰਾਬਰ ਮੰਨੀ। ਇਹਦਾ ਮਤਲਬ ਹੋ ਗਿਆ ਚੰਨੀ ਬਰਾਬਰ ਮੰਨੀ। ਠੀਕ ਹੈ ਜੀ। ਤਾਂ ਅੱਜ ਤਖੱਲਸ ਜਿਹੜਾ ਆ ਧਨ ਦਾ, ਮਨੀ ਦਾ, ਤਾਂ ਲੋਕੀ ਇਹ ਕਹਿਣ ਲੱਗ ਪਏ ਵੀ ਹਨੀ ਲਿਆਈਏ ਤੁਹਾਡੇ ਲਈ। ਮਤਲਬ ਅੱਗੇ ਕਹਿੰਦੇ ਸੀ ਇੱਕ ਖੋਖਾ ਲਿਆਈਏ, ਇੱਕ ਪੇਟੀ ਲਿਆਈਏ, ਹੁਣ ਕਹਿੰਦੇ ਹਨੀ ਚਾਹੀਦਾ। ਹਨੀ ਦਾ ਮਤਲਬ 12 ਕਰੋੜ ਦੀ, 12 ਕਰੋੜ ਦੀ ਇੱਕ ਕਿਸ਼ਤ ਹਨੀ ਬਣ ਗਈ ਆ ਕਾਰੋਬਾਰੀਆਂ 'ਚ। ਤਾਂ ਉਹ ਪੈਸਾ ਗਰੀਬਾਂ ਦਾ ਹੀ ਤਾਂ ਸੀਗਾ ਜੀ। ਜਿਹੜੇ ਲੋਕ ਅੱਜ ਮੰਜਿਆਂ ਤੇ ਪਟਾਕੇ ਲਾਉਂਦੇ ਆ, ਜਿਹੜੇ ਤਾਰਾਂ ਜੋੜਦੇ ਆ, ਜਿਹੜੇ ਰਿਕਸ਼ਾ ਚਲਾਉਂਦੇ ਆ, ਜਿਹੜੇ ਗੁੜ ਕੱਢਦੇ ਆ, ਉਹਨਾਂ ਦਾ ਹਿੱਸੇ ਦਾ ਇੱਕ ਚੰਨੀ ਦੇ ਰਾਜ 'ਚ ਉਹਨਾਂ ਨੂੰ ਧਨ ਨਹੀਂ ਮਿਲਿਆ ਗਰੀਬਾਂ ਨੂੰ। ਜਿਹੜਾ ਇਹ ਕਹਿੰਦਾ ਸੀ ਮੈਂ ਵੀ ਗਰੀਬ ਹਾਂ, ਮੇਰੀ ਮਾਂ ਲਿਪਦੀ ਛੱਟਦੀ ਰਹੀ, ਅੱਜ ਪੰਜਾਬ ਦੇ ਲਿਪਣ ਛੱਟਣ ਵਾਲੇ ਘਰਾਂ 'ਚ ਚੰਨੀ ਦੇ ਰਾਜ 'ਚ ਕਿੰਨਾ ਪੈਸਾ ਆਇਆ ਜੀ? ਕਿਉਂ ਨਹੀਂ ਆਇਆ ਜੀ? ਕਿਉਂਕਿ ਸਾਰਾ ਹਨੀ ਖਾ ਗਿਆ। ਸਾਲੀ ਦੇ ਮੁੰਡੇ ਦੇ ਘਰੋਂ 12 ਕਰੋੜ ਤੇ ਬਾਕੀ ਰਿਸ਼ਤੇਦਾਰਾਂ ਦੇ ਘਰੋਂ ਕਿੰਨਾ, ਇਹਦੇ ਆਪਣੇ ਘਰ ਕਿੰਨਾ, ਉਹ ਸਾਰਾ ਹੀ ਤਾਂ ਪੈਸਾ ਗਰੀਬਾਂ ਦਾ ਹੀ ਤਾਂ ਸੀ। ਚੰਨੀ ਸਾਹਿਬ ਨੇ ਇਹ ਵੀ ਕਿਹਾ ਸੀ ਕਿ ਉਹ ਰਿਸ਼ਤੇਦਾਰਾਂ ਦੇ ਘਰੋਂ, ਉਸ ਦਾ ਕੀ ਕਸੂਰ?
ਤੇ VIP ਸਿਕਿਉਰਿਟੀ ਕਿਉਂ ਦਿੱਤੀ ਜੀ? ਹੰਨੀ ਜਿਹੜਾ ਆ 12 ਕਰੋੜੀ ਹੰਨੀ, ਔਰ 12 ਕਰੋੜੀ ਹੰਨੀ ਦੇ ਕੋਲ ਮੁੱਖ ਮੰਤਰੀ ਦੀ ਸਿਕਿਉਰਿਟੀ ਕਿੱਦਾਂ ਲੱਗ ਗਈ ਜੀ? ਮੁੱਖ ਮੰਤਰੀ ਦੀ ਸਾਲੀ ਦਾ ਮੁੰਡਾ, ਜੇ ਉਹਦਾ ਕੁਝ ਲੈਣ ਦੇਣ ਨਹੀਂ, 26 ਜਨਵਰੀ 15 ਅਗਸਤ ਨੂੰ ਹੰਨੀ ਸਟੇਜਾਂ ਤੇ ਚੜ੍ਹ ਕੇ ਸਨਮਾਨਿਤ ਹੁੰਦਾ, ਉਹ ਕਿਉਂ ਹੁੰਦਾ ਜੀ? ਇਹ ਸਵਾਲ ਨੇ। ਔਰ ਮੁੱਖ ਮੰਤਰੀ ਸਾਹਿਬ ਕਹਿੰਦਾ ਸੀ ਮੈਂ ਆਦਮਪੁਰ ਟਿਕਟ ਲੜਨੀ, ਲੜਿਆ ਕਿਉਂ ਨਹੀਂ? ਮੈਂ ਕਹਿੰਦਾ ਸੀ ਮੇਰੇ ਆ ਕੇ ਫਗਵਾੜੇ ਗੜੀ ਦੇ ਹਿੱਕ 'ਚ ਵੱਜ। ਚੰਨੀ ਸਾਹਿਬ, ਤੁਹਾਨੂੰ ਮੁੱਖ ਮੰਤਰੀ ਕਾਂਗਰਸ ਨੇ ਦਲਿਤ ਭਾਈਚਾਰਿਆਂ ਨੂੰ ਗੁੰਮਰਾਹ ਕਰਨ ਲਈ ਲਾਇਆ। ਇੱਕ ਗੜੀ ਹੈ ਪੰਜਾਬ, ਜਿਹੜਾ ਭੈਣ ਕੁਮਾਰੀ ਮਾਇਆਵਤੀ ਜੀ ਦੇ ਆਸ਼ੀਰਵਾਦ ਨਾਲ ਪੂਰੇ ਦਲਿਤ ਸਮਾਜ ਨੂੰ, ਬਹੁਜਨ ਸਮਾਜ ਨੂੰ, ਗਰੀਬਾਂ ਨੂੰ ਜਗਾ ਰਿਹਾ, ਕਿਸੇ ਜਾਤੀ ਦੇ ਹੋਣ, ਕਿਸੇ ਧਰਮ ਦੇ ਹੋਣ। ਗੜੀ ਦੇ ਹਿੱਕ 'ਚ ਆ ਕੇ ਕਿਉਂ ਨਹੀਂ ਬਚਿਆ? ਮੈਂ ਬਾਰ-ਬਾਰ ਇੱਥੋਂ ਵੀਡੀਓ ਬਣਾ ਕੇ ਭੇਜ ਰਿਹਾ ਸੀ, ਚੰਨੀ ਸਾਹਿਬ ਤੁਸੀਂ ਇੱਥੋਂ ਚਮਕੌਰ ਸਾਹਿਬੋਂ ਤੁਰਨਾ, ਮੂਹਰੇ ਰੋਪੜ, ਬਲਾਚੌਰ, ਨਵਾਂ ਸ਼ਹਿਰ, ਬੰਗਾ, ਫਿਰ ਫਗਵਾੜਾ ਆਉਂਦਾ। ਫਗਵਾੜੇ ਤੋਂ ਬਾਅਦ ਕੈਂਟ ਵਾ, ਕੈਂਟ ਤੋਂ ਬਾਅਦ ਜਲੰਧਰ ਉਤਰੀ ਆ, ਫਿਰ ਆਦਮਪੁਰ ਆਉਣਾ। ਐਡੇ ਹਲਕੇ ਟੱਪ ਕੇ ਤੁਸੀਂ ਕਿਉਂ ਜਾਣਾ ਐਡੀ ਦੂਰ? ਤੁਸੀਂ, ਮੈਂ ਤਾਂ ਬੇਨਤੀਆਂ ਹੱਥ ਜੋੜ ਕੇ ਵੀ ਕੀਤੀਆਂ, ਮੈਂ ਪੂਰੇ ਜ਼ੋਰ ਨਾਲ ਵੀ ਕੀਤੀਆਂ ਵੀ ਆ ਕੇ ਫਗਵਾੜਿਓਂ ਆ ਕੇ ਲੜ, ਗੜੀ ਦੀ ਹਿੱਕ 'ਚ ਵੱਜ ਜਾ ਕੇ। ਕਾਂਗਰਸ ਨੇ ਹੁਣ 2 ਥਾਵਾਂ ਤੋਂ ਸੀਟ ਦਿੱਤੀ ਹੈ, 2 ਥਾਵਾਂ ਤੋਂ ਚੰਨੀ ਸਾਹਿਬ ਇਲੈਕਸ਼ਨ ਲੜ ਰਹੇ ਨੇ। ਕੀ ਲੱਗਦਾ ਤੁਹਾਨੂੰ 2 ਥਾਵਾਂ ਤੋਂ ਕਿਉਂ? ਦੇਖੋ, ਕਾਂਗਰਸ ਨੇ ਇਹ ਪ੍ਰਚਾਰ ਕੀਤਾ ਕਿ ਅਸੀਂ ਮਾਲਵਾ ਮਿਸ਼ਨ ਤੇ ਭੇਜਿਆ, ਬਈ ਇਹ ਮੰਗਲ ਮਿਸ਼ਨ ਵਾ। ਦੁਆਬੇ ਦਾ ਮਿਸ਼ਨ ਤੁਹਾਡਾ ਫੇਲ ਹੋ ਗਿਆ, ਮਾਝੇ ਦਾ ਮਿਸ਼ਨ ਮਜੀਠੀਆ ਸਾਹਿਬ ਨੇ ਫੇਲ ਕਰਤਾ, ਦੁਆਬੇ ਦਾ ਮਿਸ਼ਨ ਬਹੁਜਨ ਸਮਾਜ ਪਾਰਟੀ ਨੇ ਫੇਲ ਕਰਤਾ, ਤੇ ਹੁਣ ਮਾਲਵਾ ਮਿਸ਼ਨ 'ਚ ਕੀ ਆ? ਉਹ ਵੀ ਭਦੌੜ ਤੋਂ ਜਾ ਕੇ, ਜਿੱਥੇ ਵਿਚਾਰਾ ਇੱਕ ਮਾਤੜ ਜਿਹਾ ਬੰਦਾ ਖੜਾ। ਔਰ ਮੈਨੂੰ ਉਮੀਦ ਵਾ ਐਡਵੋਕੇਟ ਸਤਨਾਮ ਸਿੰਘ, ਉਮੀਦਵਾਰ ਬਸਪਾ ਸ਼੍ਰੋਮਣੀ ਅਕਾਲੀ ਦਲ, ਐਡਵੋਕੇਟ ਸਤਨਾਮ ਸਿੰਘ ਰਾਹੀ ਚੰਨੀ ਸਾਹਿਬ ਨੂੰ ਬੁਰੀ ਤਰ੍ਹਾਂ ਹਰਾ ਕੇ ਭੇਜਣਗੇ। ਅੱਗੇ ਕਹਿੰਦੇ ਸੀ ਨਾ, ਅੱਗੇ ਉਹ ਲੈਣ ਗਿਆ ਪ੍ਰਸ਼ਾਦ, ਤੇ ਜਿਹੜਾ ਹੱਥ ਸੀਗਾ ਉਹ ਪਿੱਛੇ ਕਰ ਲਿਆ, ਪਿੱਛੇ ਵਾਲਾ ਕੁੱਤਾ ਜੱਟ ਲੈ ਗਿਆ। ਠੀਕ ਹੈ, ਚਮਕੌਰ ਸਾਹਿਬ ਵੀ ਜਾਣੀ ਆ, ਭਦੌੜ ਵੀ ਜਾਣੀ ਆ। ਹੁਣ ਜਿਹੜਾ ਲੋਕ ਸਵਾਲ ਕਰ ਰਹੇ ਨੇ ਕਿ ਪਹਿਲਾਂ 26 ਸਾਲ ਪਹਿਲਾਂ ਵੀ ਗੱਠਜੋੜ ਸੀ ਬਸਪਾ ਦਾ ਤੇ ਅਕਾਲੀ ਦਲ ਦਾ, ਗੱਠਜੋੜ ਕਿਸੇ ਕਾਰਨ ਟੁੱਟ ਗਿਆ। ਹੁਣ ਅਕਾਲੀ ਦਲ BJP ਤੋਂ ਪਿਛਲੇ ਸਮੇਂ ਅਲੱਗ ਹੋਇਆ ਹੈ। ਜੇ ਅਕਾਲੀ ਦਲ ਫਿਰ BJP ਦੇ ਨਾਲ ਚਲਾ ਜਾਂਦਾ ਹੈ ਤਾਂ ਬਸਪਾ ਦਾ ਫਿਰ ਕੀ ਫੈਸਲਾ ਹੋਏਗਾ? ਦੇਖੋ, ਅਕਾਲੀ ਦਲ ਦੇ ਵਿਚਾਰੇ 25 ਸਾਲ ਤੋਂ ਵਰਕਰ ਔਰ ਲੀਡਰਸ਼ਿਪ ਇਹ ਸੋਚਦੇ ਸੀ, ਫਸਿਓ ਸੀ ਵੀ ਜਿਹੜਾ ਇਹ ਨਾਗਪੁਰ ਦਾ ਸੱਪ ਗਲ 'ਚ ਪਿਆ ਆ, ਇਹ ਕਿੱਦਾਂ ਨਿਕਲੂ? ਮਸੀਂ ਤਾਂ ਨਿਕਲਿਆ, ਹੁਣ ਕਿਉਂ ਫਸਾਉਣਗੇ ਸਿਰ ਉੱਥੇ ਜਾ ਕੇ? ਲੋਕ ਸਵਾਲ ਉਠਾ ਰਹੇ ਨੇ, ਕਹਿੰਦੇ ਅਜੇ ਵੀ ਵਿੱਚੋਂ ਗਾਂਢ ਸਾਂਢ ਹੈ, ਕੋਈ 9 ਮਾਸ ਦਾ ਰਿਸ਼ਤਾ ਟੁੱਟਿਆ ਨਹੀਂ, ਇਹ ਬਾਹਰੋਂ ਵਿਖਾਵੇ ਲਈ ਟੁੱਟਿਆ। ਇਹ ਤਾਂ ਸਮਾਂ ਸਿੱਧ ਕਰੇਗਾ ਜੀ, ਇਹ ਤਾਂ ਭਵਿੱਖ ਹੀ ਸਿੱਧ ਕਰੇਗਾ। ਇੱਕ ਤੁਹਾਡੀ ਸੀਟ ਤੇ ਵੀ ਚਰਚਾ ਬਹੁਤ ਹੋ ਰਹੀ ਹੈ ਮੀਡੀਆ ਦੇ ਵਿੱਚ, ਨਵਾਂ ਸ਼ਹਿਰ ਤੇ, ਕਿ 2 ਕੈਂਡੀਡੇਟ ਜਿਹੜੇ ਨੇ ਉਹ ਬਸਪਾ ਦੇ ਵੱਲੋਂ ਨੋਮੀਨੇਸ਼ਨ ਭਰਦੇ ਨੇ, ਉਹ ਆਪਣਾ ਉਮੀਦਵਾਰੀ ਜਿਹੜੀ ਉਹ ਭਰਦੇ ਨੇ। ਉਸ ਦੀ ਕੀ ਵਜ੍ਹਾ ਸੀ, ਕੀ ਕਾਰਨ ਬਣਿਆ? ਦੇਖੋ, ਉਹਦੀ ਵਜ੍ਹਾ ਤਾਂ ਉੱਥੋਂ ਉਹੀ ਦੱਸ ਸਕਦਾ ਜਿਹਨੇ ਭਰਿਆ। ਅਸੀਂ ਤਾਂ ਇਹ ਮਾਮਲਾ ਸਾਡੇ ਵੱਲੋਂ ਤਾਂ ਇਹ ਨਿਬੜ ਚੁੱਕਾ ਆ, RO ਸਾਹਿਬ ਨੇ ਫੈਸਲਾ ਦੇ ਦਿੱਤਾ ਆ, ਔਰ ਮਾਨਯੋਗ ਭੈਣ ਕੁਮਾਰੀ ਮਾਇਆਵਤੀ ਜੀ ਵੱਲੋਂ ਬਕਾਇਦਾ ਈਮੇਲ ਔਰ ਲੈਟਰ ਪੈਡ ਔਰ ਜਿਹੜੀ ਔਨਲਾਈਨ ਜਿਹੜੀ ਵੈਬ WhatsApp ਵੀਡੀਓ ਰਾਹੀਂ ਅਪੀਅਰੈਂਸ ਦੇ ਕੇ ਮਾਨਯੋਗ RO ਦੇ ਸਾਹਮਣੇ ਉਹਨਾਂ ਨੇ ਸਿੱਧ ਕਰ ਦਿੱਤਾ ਕਿ ਅਸੀਂ ਇੱਕੋ ਹੀ ਟਿਕਟ ਜਾਰੀ ਕੀਤੀ, ਦੂਜੀ ਫੇਕ ਹੈ। ਇਹ ਮਾਮਲਾ ਤਾਂ 72 ਘੰਟੇ ਪਹਿਲਾਂ ਨਿਬੜ ਗਿਆ ਜੀ। ਔਰ ਜਿਨ੍ਹਾਂ ਨੇ ਇਹ ਦੋਸ਼ ਕੀਤਾ ਆ, ਉਹ ਉੱਤੇ ਕਾਨੂੰਨੀ ਕਾਰਵਾਈ ਮਾਨਯੋਗ RO ਸਾਹਿਬ ਨੇ ਕਰਵਾਈ ਆ ਜੀ। ਔਰ ਕਾਰਵਾਈ ਕਰਾ ਕੇ ਉਹ ਮੈਨੂੰ ਲੱਗਦਾ ਸ਼ਾਇਦ ਮੇਬੀ ਅਰੈਸਟ ਵੀ ਹੋ ਗਏ ਆ ਜੀ। ਉਹ ਕਾਰਵਾਈ ਉਹਨਾਂ ਦੀ ਕਾਨੂੰਨੀ ਆ ਜੀ, ਉਹਦੇ 'ਚ ਸਾਡਾ ਕੋਈ ਲੈਣ ਦੇਣ ਨਹੀਂ ਹੈ। ਧੰਨਵਾਦ ਗੜੀ ਸਾਹਿਬ, ਤੁਸੀਂ ਸਮਾਂ ਕੱਢਿਆ, ਗੱਲਬਾਤ ਕੀਤੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਹ ਸਨ ਪੰਜਾਬ ਤੋਂ ਬਸਪਾ ਦੇ ਪ੍ਰਧਾਨ ਜਸਬੀਰ ਸਿੰਘ ਗੜੀ ਗੱਲਬਾਤ ਕਰ ਰਹੇ ਸਨ। ਸਾਰੀਆਂ ਸਿਆਸੀ ਧਿਰਾਂ ਜੋ ਅਜ਼ਮਾਇਸ਼ ਕਰ ਰਹੀਆਂ ਨੇ ਪੰਜਾਬ ਦੇ ਵਿੱਚ, ਪੰਜਾਬ ਦਾ ਸਿਆਸੀ ਮਾਹੌਲ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈ। ਸਾਰੀਆਂ ਸਿਆਸੀ ਧਿਰਾਂ ਦਾਅਵਾ ਕਰ ਰਹੀਆਂ ਨੇ ਕਿ ਇਸ ਵਾਰ ਉਹ ਆਪਣੀ ਸਰਕਾਰ ਬਣਾਉਣਗੀਆਂ, ਪਰ ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਹੋਏਗਾ ਸਰਕਾਰ ਕਿਸ ਦੀ ਬਣਦੀ ਹੈ। ਜਸਬੀਰ ਸਿੰਘ ਗੜੀ ਹੁਣਾਂ ਦਾ ਵੀ ਇਹੀ ਦਾਅਵਾ ਹੈ ਕਿ ਅਕਾਲੀ ਦਲ ਦੇ ਨਾਲ ਜੁੜ ਕੇ ਬਸਪਾ ਤੇ ਅਕਾਲੀ ਦਲ ਰਲ ਕੇ ਸਰਕਾਰ ਬਣਾਉਣਗੇ। ਆਉਣ ਵਾਲੇ ਸਮੇਂ ਦੇ ਵਿੱਚ ਭਵਿੱਖ ਦੇ ਵਿੱਚ ਤੈਅ ਹੋਏਗਾ ਸਰਕਾਰ ਕਿਸ ਦੀ ਬਣਦੀ ਹੈ। ਲੋਕ ਵੋਟ ਕਰਨ ਦੇ ਲਈ ਤਿਆਰ ਨੇ, ਸੋ ਇੰਤਜ਼ਾਰ ਕਰਨਾ ਹੋਏਗਾ ਕਿ ਕੌਣ ਬਣੇਗਾ ਪੰਜਾਬ ਦਾ ਮੁੱਖ ਮੰਤਰੀ। ਕੈਮਰਾਮੈਨ ਪਰਮਿੰਦਰ ਦੇ ਨਾਲ ਰਣਦੀਪ ਸਿੰਘ ਦਾ ਅਨਮਿਊਟ, ਫਗਵਾੜਾ।